चलो एक दोनों की ट्विस्ट है, अपनी अपनी शायरी लगो, छोटी हो एक दूजे ने दोनों की शायरी हो। पोइट्री कंपटीशन होनी चाहिए कि नहीं होनी चाहिए? हम तुम इंस्टेंट कुछ लिखना है तो वो बोलना है। जे मैं लिखा तेरे ते गीत की तू सुनन नूं आएगा, अपने हाथ नाल चूरियां कुट कुट कि मेरे मुंह च पाएगा। अदब की महफिल में वो दिया जलाए बैठे हैं, क्या वो बुलाएं या ना बुलाएं हम तो आए बैठे। वाह वाह। और मैंने एक चीज़ कॉमन देखी कि हर कहानी में दर्द है, हर इंसान पेन में है। एज एन आर्टिस्ट इट्स अ वेरी बिग थिंग फॉर मी कि कोई मेरी राइटिंग्स ਨੂੰ पसंद करके उन्हें सुनना चाह रहा है। देखो मुझे लगता है ये ना एक बड़ी प्यारी सी शुरुआत है, और दूसरा चीज़ है बड़ा इसमें ना बड़ा रिस्पेक्टफुल है ये। सत श्री अकाल दोस्तों, मैं ਤੁਹਾਡਾ ਆਪਣਾ ਦੋਸਤ ਮਨੋਜ ਕੁਮਾਰ, ਫਾਊਂਡਰ ਆਫ ਟ੍ਰੈਜਰ ਅਵਾਰਡਸ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵਾਂ ਸ਼ੋਅ ਲੈ ਕੇ ਆ ਰਹੇ ਹਾਂ, ਸਾਡਾ ਵਿਹੜਾ, ਜਿਸ ਵਿੱਚ ਅਸੀਂ ਉਹਨਾਂ ਸਾਰੇ ਨਵੇਂ ਕਲਾਕਾਰਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜਿਵੇਂ ਪੋਇਟਰੀ ਨਾਲ, ਸਟੋਰੀ ਟੈਲਿੰਗ ਦੇ ਨਾਲ ਜਾਂ ਸਿੰਗਿੰਗ ਦੇ ਨਾਲ ਜਾਂ ਕਿਸੇ ਹੋਰ ਵੀ ਟੈਲੈਂਟ ਦੇ ਨਾਲ ਕੀਤੀ ਹੈ। ਤੇ ਕਿਉਂਕਿ ਇਸ ਦਾ ਮੇਨ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਬਾਰੇ ਜਾਣਨਾ ਹੈ, ਕਿਉਂਕਿ ਕੁਝ ਚਿਹਰੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਬੇਸ਼ੱਕ ਦੁਨੀਆ ਜਾਣਦੀ ਨਹੀਂ ਹੈ, ਬਟ ਉਹਨਾਂ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਸਾਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਮਿਲਦਾ ਹੈ। ਇਸ ਲਈ ਮੇਰਾ ਮੇਨ ਮਕਸਦ ਇਹੀ ਸੀਗਾ ਕਿ ਸਾਡਾ ਵਿਹੜਾ ਸ਼ੁਰੂ ਕਰਨ ਦਾ, ਕਿ ਅਸੀਂ ਉਹਨਾਂ ਬਾਰੇ ਜਾਣੀਏ ਅਤੇ ਉਹਨਾਂ ਬਾਰੇ ਹੋਰ ਲੋਕਾਂ ਨੂੰ ਪਤਾ ਲੱਗੇ ਅਤੇ ਅਸੀਂ ਉਹਨਾਂ ਨੂੰ ਹੋਰ ਲੋਕਾਂ ਸਾਹਮਣੇ ਅੱਗੇ ਲੈ ਕੇ ਆਈਏ, ਜਿਸ ਨਾਲ ਸਾਡਾ ਇਹ ਸਿਲਸਿਲਾ ਚੱਲਦਾ ਰਹੇਗਾ। ਅੱਜ ਸਾਡਾ ਟ੍ਰੈਜਰ ਅਵਾਰਡਸ ਵੱਲੋਂ ਇਹ ਪਹਿਲਾ ਐਪੀਸੋਡ ਹੋਏਗਾ ਸਾਡੇ ਵਿਹੜੇ ਦਾ, ਠੀਕ ਹੈ। ਸੋ ਆਪਾਂ ਜਿਹੜੇ ਅੱਜ ਦੋ ਗੈਸਟ ਆਪਾਂ ਬੁਲਾ ਰਹੇ ਹਾਂ, ਉਹਨਾਂ ਦਾ ਨਾਮ ਹੈ ਡਾਕਟਰ ਨੀਰੂ ਅਤਰੀ ਅਤੇ ਕੋਸ਼ਕੀ ਸ਼ਰਮਾ ਜੀ, ਜੋ ਕਿ ਬਹੁਤ ਹੀ ਪਿਆਰੀਆਂ ਸ਼ਾਇਰਾਂ ਹਨ ਅਤੇ ਇੰਨਾ ਬਾਕਮਾਲ ਲਿਖਦੀਆਂ ਨੇ। ਜਦੋਂ ਇਹਨਾਂ ਨੂੰ ਸੁਣਿਆ ਜਾਂਦਾ ਤਾਂ ਇੰਝ ਲੱਗਦਾ ਕਿ ਆਪਾਂ ਕਿਸੇ ਹੋਰੇ ਦੁਨੀਆ 'ਚ ਪਹੁੰਚ ਚੁੱਕੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਸਾਡੇ ਅੱਜ ਦੇ ਜੋ ਪਿਆਰੇ ਗੈਸਟ ਨੇ ਡਾਕਟਰ ਨੀਰੂ ਅਤਰੀ ਜੀ ਅਤੇ ਕੋਸ਼ਕੀ ਸ਼ਰਮਾ ਜੀ। ਸੋ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ, ਉਹਨਾਂ ਬਾਰੇ ਜਾਣਦੇ ਹਾਂ। ਸੋ ਨੀਰੂ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸਣਾ ਹੈ ਅਤੇ ਕੋਸ਼ਕੀ ਜੀ ਤੁਸੀਂ ਵੀ ਆਪਣੇ ਬਾਰੇ ਦੱਸਣਾ ਹੈ। ਕਿਵੇਂ ਤੁਸੀਂ ਪੋਇਟਰੀ ਲਿਖਣੀ ਸਟਾਰਟ ਕੀਤੀ ਹੈ ਅਤੇ ਤੁਹਾਨੂੰ ਚੰਡੀਗੜ੍ਹ ਆਉਣ ਦਾ ਮੌਕਾ, ਕਿ ਓਪਨ ਮਾਈਕ ਕਰਨ ਦਾ ਕਿਵੇਂ ਮੌਕਾ ਪ੍ਰਾਪਤ ਹੋਇਆ, ਉਸ ਚੀਜ਼ ਬਾਰੇ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਨੀਰੂ ਅਤਰੀ ਜੀ ਤੋਂ। देखिए मैं क्योंकि मैं अपने मतलब प्रोफेशन से मैं एक साइकोलॉजिस्ट हूँ, तो मुझे जो है ना पहले पता नहीं था। मैं पिछले 10 साल से चंडीगढ़ में थी, लेकिन मुझे ओपन माइक्स के बारे में बिल्कुल पता नहीं था। बट हाँ, बचपन से जैसे घर में देखते थे पापा को, मतलब वो शायरी सुनना वो सब अच्छा लगता था वो, लेकिन कभी हाँ लिखना पढ़ना वो सब नहीं हुआ, लेकिन सुनना अच्छा लगता था। तो मेरे पास एक मेरी क्लाइंट थी, यंग लड़की, 19 साल की लड़की थी, तो वो ओपन माइक्स में यहाँ परफॉर्म करती थी। तो 3 साल पहले मेरी उससे मुलाकात हुई, वो मेरे पास मतलब मिली, तो तब उसने मुझे ओपन माइक्स के बारे में बताया कि ऐसे ऐसे ओपन माइक्स हैं यहाँ पे, आप आप, और उसने शायद मुझे कहीं ना कहीं डायरेक्टली एनकरेज किया कि कुछ लिखो आप। तो मैंने लिखना भी थोड़ा स्टार्ट किया। बस इस तरह से ओपन माइक्स की शुरुआत हुई। एक ओपन माइक किया, थोड़ा सा दूसरे में किया, फिर वहाँ से हमें ट्रेजर ऑफ वर्ड्स के बारे में पता चला, और फिर आपसे हम जुड़े। जब से आपसे जुड़े हैं तो बिल्कुल ऐसे लगता है कि अपने ही घर में जैसे आ गए हैं। तो इस तरह से ਇਹ ਤੁਹਾਡਾ ਪਿਆਰ ਹੈ, ਜਿਸ ਤਰ੍ਹਾਂ ਤੁਸੀਂ ਕਿ ਤੁਹਾਡੇ ਨਾਲ ਜਿਹੜੇ ਆਪਣਾ ਵਰਗਾ ਲੱਗਦਾ। ਕਿਉਂਕਿ ਜਦੋਂ ਵੀ ਅਸੀਂ ਟ੍ਰੈਜਰ ਅਵਾਰਡ ਸਟਾਰਟ ਕੀਤਾ ਸੀਗਾ ਨਾ, ਅਤੇ ਸਾਡੀ ਇੱਕ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀਗੀ ਕਿ ਇਹੋ ਜਿਹਾ ਪਲੇਟਫਾਰਮ ਬਣਾਈਏ ਜਿੱਥੇ ਸਭ ਨੂੰ ਇਹ ਆ ਕਿ ਲੱਗੇ ਅਸੀਂ ਆਪਣੀ ਫੈਮਿਲੀ 'ਚ ਆਏ ਹਾਂ। ਕਿਉਂਕਿ ਮੇਰਾ ਮੇਨ ਮੋਟਿਵ ਇਹੀ ਹੁੰਦਾ ਉੱਥੇ ਕਿ ਜਿਹੜੇ ਵੀ ਆਪਣੇ ਕੋਲ ਉੱਥੇ ਆਉਂਦੇ ਨੇ, ਮੈਂ ਉਹਨਾਂ ਨੂੰ ਭੈਣਾ ਜਾਂ ਭਰਾ ਕਹਿ ਕੇ ਸੰਬੋਧਨ ਕਰਦਾ। ਕਿਉਂਕਿ ਉਹ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਇਹ ਨਾ ਲੱਗੇ ਕਿ ਯਾਰ ਇਹਦਾ ਕੋਈ ਗਲਤ ਮਤਲਬ ਨਾ ਨਿਕਲੇ, ਠੀਕ ਹੈ। ਉਹਨਾਂ ਨੂੰ ਇਹ ਲੱਗੇ ਕਿ ਹਾਂ ਸਾਡਾ ਭਰਾ ਇਹ ਆ ਉਹ ਜੋ ਸਾਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ। ਸੋ ਅਸੀਂ ਵੱਧਦੇ ਹਾਂ ਨੈਕਸਟ ਕੋਸ਼ਕੀ ਸ਼ਰਮਾ ਜੀ ਵੱਲ। ਅਤੇ ਕੋਸ਼ਕੀ ਸ਼ਰਮਾ ਜੀ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਦਰਸ਼ਕਾਂ ਨੂੰ। ਮੈਂ ਪਿਛਲੇ 2.5 ਸਾਲ ਤੋਂ ਚੰਡੀਗੜ੍ਹ 'ਚ ਹਾਂ, ਅਤੇ ਮੈਂ ਇੱਥੇ ਸਿਰਫ ਇੱਕ ਕੋਚਿੰਗ ਲੈਣ ਆਈ ਸੀ। ਐਂਡ ਐਟ ਦੈਟ ਮੋਮੈਂਟ ਮੈਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਮੈਂ ਕਦੀ ਓਪਨ ਮਾਈਕ ਵੀ ਕਰੂੰਗੀ। ਮਤਲਬ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ ਕਿ ਹਾਂ ਸਟੇਜ ਪਰਫੋਰਮੈਂਸਿਸ ਹੁੰਦੀਆਂ ਨੇ, ਬਟ ਆਈ ਨੈਵਰ ਥੋਟ ਆਫ ਦੈਟ। ਸ਼ੌਂਕ ਬਹੁਤ ਸੀ ਬਚਪਨ ਤੋਂ ਸਟੇਜ 'ਤੇ ਚੜ੍ਹਨ ਦਾ, ਕੁਛ ਬੋਲਣ ਦਾ, ਹਰ ਐਕਟੀਵਿਟੀ 'ਚ ਪਾਰਟੀਸਪੇਟ ਕਰਨ ਦਾ। ਐਂਡ ਆਈ ਗੋਟ ਅ ਚਾਂਸ ਟੂ ਪਰਫੋਰਮ। ਐਂਡ ਲਿਖਣ ਦਾ ਇੱਦਾਂ ਸੀਗਾ ਕਿ
ਸ਼ੁਰੂ ਤੋਂ ਨਾ ਇਦਾਂ ਛੋਟੀ ਛੋਟੀ ਚੀਜ਼ਾਂ ਨੂੰ ਬਹੁਤ ਆਬਜ਼ਰਵ ਕਰਦੀ ਸੀ। ਆਬਜ਼ਰਵ ਕਰਦੀ ਕਰਦੀ ਤੇ ਫਿਰ ਨਾ ਮੈਨੂੰ ਉਹ ਸਕੂਲ 'ਚ ਨਾ ਸਿਖਾਉਂਦੇ ਆ ਕਿ ਤੁਸੀਂ ਨਾ ਡੇਲੀ ਡਾਇਰੀ ਲਿਖਣੀ ਹੈ, ਤੇ ਇੱਕ ਹੈਬਿਟ ਬਣ ਗਈ ਡਾਇਰੀ ਲਿਖਣੀ। ਉਹ ਡਾਇਰੀ ਤੋਂ ਕਿੱਦਾਂ ਫਿਰ ਸ਼ਾਇਰੀਆਂ ਬਣੀਆਂ। ਐਂਡ ਸਾਡੇ ਘਰ 'ਚ ਨਾ ਮਾਹੌਲ ਇੱਦਾਂ ਸੀ ਕਿ ਮੇਰੇ ਪਾਪਾ ਨਾ ਉਹ ਟੇਪ ਰਿਕਾਰਡਰਸ ਨਹੀਂ ਹੁੰਦੇ ਆ, ਉਹਨਾਂ 'ਚ ਪੁਰਾਣੀਆਂ ਗਜ਼ਲਾਂ ਵਗੈਰਾ ਇੱਦਾਂ ਲਗਾ ਲੈਂਦੇ ਸੀ ਸ਼ਾਮ ਦੇ। ਸਾਡਾ ਤਾਂ ਮਾਹੌਲ ਇੱਦਾਂ ਦਾ ਸੈੱਟ ਹੋ ਜਾਂਦਾ ਸੀ, ਤੇ ਮੈਂ ਉਸ ਮਾਹੌਲ 'ਤੇ ਨਾ ਵਾਈਬ ਕਰਦੀ ਸੀ, ਮੈਨੂੰ ਬੋਰਿੰਗ ਨਹੀਂ ਲੱਗਦਾ ਸੀ। ਤਾਂ ਇਹ ਵੀ ਇੱਕ ਫੈਕਟਰ ਰਿਹਾ ਬਸ ਇਹੀ। ਸੋ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਆਪਣੀਆਂ ਪਹਿਲੀਆਂ ਕਵਿਤਾਵਾਂ ਲਿਖੀ ਸੀਗੀਆਂ, ਥੋੜਾ ਜਿਹਾ ਉਹ ਦੱਸ ਸਕਦੇ ਹੋ ਜਾਂ ਸੁਣਾ ਸਕਦੇ ਹੋ? हाँ जी बिल्कुल। ਕੋਈ ਨਹੀਂ, ਤੁਸੀਂ ਫੋਨ डायरी जो देखना चाहते हो देख सकते हो। मैंने जो पहली लिखी थी मतलब वो इश्क के ऊपर ही लिखी थी। देखिए क्योंकि मैं ना एक ऐसे प्रोफेशन में हूँ जहाँ पर हर रोज़ एक नई कहानी है मेरे पास। तो मुझे कहीं ना कहीं ये समझ में आया कि एक कहानी को आप कैसे भी करके अगर आप उसी को मतलब परफॉर्मेंस के फॉर्म में दे सकते हैं। ओके, मैं आपको पहले वाली अपनी जो मैंने फर्स्ट लिखी थी वो सुनाना चाहूँगी। अदब की महफिल में वो दिया जलाए बैठे हैं, क्या वो बुलाएं या ना बुलाएं हम तो आए बैठे हैं। ਵਾਹ ਵਾਹ। सो कुछ यूँ लिखा था कि तेरे दीदार को तरसे बैठे हैं, हम बिन बादल बरसे बैठे हैं। हज़ारों शायरों ने इश्क पर मुशायरा किया, हज़ारों शायरों ने इश्क पर मुशायरा किया, हम नासमझ थे जो इश्क पे मुजाहिरा किया। क्या क्या बात, वाह वाह। तुम्हारी याद में अल्फाज जोड़ा करते हैं, तुम्हारी याद में अल्फाज जोड़ा करते हैं, तन्हाइयों में हम अक्सर फ़िक्र तोड़ा करते हैं। क्या तेरे दीदार को तरसे बैठे हैं, हम बिन बादल बरसे बैठे हैं। तेरा तसव्वुर ही मेरी आदत बन गया, हसरते दीदार ही इबादत बन गया। ये इश्क आँखों को अंधा जुबां को खामोश कर गया, क्या बात। ये इश्क आँखों को अंधा जुबां को खामोश कर गया, और कत्ल करके भी वो कातिल बाइज्जत बरी हो गया। क्या वाह वाह। बहुत। तो ये इसके थोड़ी सी पंक्तियाँ मैंने सुनाई है उसकी। ਸੋ ਅਸੀਂ ਕੋਸ਼ਕੀ ਸ਼ਰਮਾ ਜੀ ਤੋਂ ਕੋਸ਼ਕੀ ਜੀ ਨੇ ਤੁਹਾਡੀ ਜੋ ਪਹਿਲੀ ਪੋਇਟਰੀ ਸੀ ਉਸ ਥੋੜਾ ਜਿਹਾ ਦੱਸੋ ਉਸ ਬਾਰੇ। ਜੋ ਮੇਰੀ ਪਹਿਲੀ ਪੋਇਟਰੀ ਸੀਗੀ ਉਹ ਇੱਕ ਐਸਾ ਮਹਿਬੂਬ ਲਈ ਹੈ ਕਹਿ ਲਓ ਕਿ ਇੱਕ ਲਵਰ ਗਰਲ ਹਾਊ ਟੂ ਐਕਸਪ੍ਰੈਸ ਕਿ ਇਫ ਆਈ ਐਮ ਲਵਿੰਗ ਯੂ ਦੈਨ ਹਾਊ ਯੂ ਵਿਲ ਲਵ ਮੀ ਬੈਕ। ਉਹ ਆਈ ਥਿੰਕ ਮੈਂ ਸਭ ਨੂੰ ਬਾਰ-ਬਾਰ ਸੁਣਾ ਚੁੱਕੀ ਹਾਂ। ਮੈਂ ਆਪਣੇ ਪਹਿਲੇ ਓਪਨ ਮਾਈਕ 'ਚ ਵੀ ਇਹੀ ਸੁਣਾਈ ਸੀਗੀ ਕਿ ਜੇ ਮੈਂ ਲਿਖਾਂ ਤੇਰੇ ਤੇ ਗੀਤ ਕੀ ਤੂੰ ਸੁਣਨ ਨੂੰ ਆਏਗਾ, ਜੇ ਮੈਂ ਲਿਖਾਂ ਤੇਰੇ ਤੇ ਗੀਤ ਕੀ ਤੂੰ ਸੁਣਨ ਨੂੰ ਆਏਗਾ, ਆਪਣੇ ਹੱਥ ਨਾਲ ਚੂਰੀਆਂ ਕੁੱਟ-ਕੁੱਟ ਕਿ ਮੇਰੇ ਮੂੰਹ 'ਚ ਪਾਏਗਾ। क्या वाह। ਹੁਣ ਤੇਰੀ ਮੇਰੀ ਸਾਂਝ ਦੇ ਖਾਬ ਹੀ ਦੇਖਦੀ ਹਾਂ, ਹਰ ਪੰਨੇ ਉੱਤੇ ਬਸ ਤੇਰੇ ਬਾਰੇ ਹੀ ਲਿਖਦੀ ਹਾਂ। क्या ਨੀਂਦ ਤਾਂ ਪਹਿਲਾਂ ਹੀ ਮੇਰੀ ਗੁਆਚੀ ਸੀ ਕਿਧਰੇ, ਹੁਣ ਤਾਂ ਬਸ ਸਾਰੀ ਰਾਤ ਜਾਗਣਾ ਸਿੱਖਦੀ ਹਾਂ। ਜੇਕਰ ਹੋਵੇ ਲੱਖਾਂ ਦੀ ਭੀੜ ਕੀ ਤੂੰ ਮੈਨੂੰ ਪਛਾਣ ਪਾਏਗਾ, ਜੇ ਮੈਂ ਲਿਖਾਂ ਤੇਰੇ ਤੇ ਗੀਤ ਕੀ ਤੂੰ ਸੁਣਨ ਨੂੰ ਆਏਗਾ। क्या वाह, बहुत क्या? बहुत बढ़िया। ਮੇਰਾ ਮਕਸਦ ਇਹੀ ਸੀਗਾ ਕਿ ਸ਼ੁਰੂ ਕਰਨ ਦਾ ਸਾਡਾ ਵਿਹੜਾ, ਕਿਉਂਕਿ ਇਸ ਚੀਜ਼ ਦਾ ਮੈਂ ਸਾਡਾ ਵਿਹੜਾ ਰੱਖਿਆ ਹੈ ਓਹ ਕਿਉਂਕਿ ਐਕਚੁਅਲ 'ਚ ਇਹ ਚੀਜ਼ ਹੁੰਦੀ ਹੈ ਨਾ ਕਿ ਸਾਡੀਆਂ ਜਿੰਨੀਆਂ ਵੀ ਪੁਰਾਤਨ ਚੀਜ਼ਾਂ ਹੈ ਜਾਂ ਵਿਰਸੇ ਨਾਲ ਸੰਬੰਧਿਤ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਸਾਹਮਣੇ ਲੈ ਕੇ ਆਈਏ। ਹੁਣ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਸੀਗਾ, ਜਦੋਂ ਮੈਂ ਨਾ ਓਪਨ ਮਾਈਕ 'ਚ ਸੁਣਿਆ ਸੀਗਾ ਤੁਸੀਂ ਸਾਡੇ ਓਪਨ ਮਾਈਕ 'ਚ ਆਏ ਸੀਗੇ, ਉਸ ਤੋਂ ਪਹਿਲਾਂ ਤੁਹਾਨੂੰ ਮੈਂ ਪੈਟਲਰ ਮਿਲਿਆ ਸੀਗਾ ਤੇ ਨੀਰੂ ਮੈਮ ਨੂੰ ਸੋਸ਼ਲ ਟੇਪ ਮਿਲਿਆ ਸੀਗਾ। ਕਿਉਂਕਿ ਉੱਥੇ ਜਦੋਂ ਮੈਂ ਤੁਹਾਨੂੰ ਦੋਨਾਂ ਨੂੰ ਪਹਿਲੀ ਵਾਰ ਸੁਣਿਆ ਸੀਗਾ, ਮੈਨੂੰ ਇਹ ਲੱਗਿਆ ਸੀਗਾ ਜਿਵੇਂ ਸੁਣ ਕੇ ਨਾ ਜਿੱਦਾਂ ਹੁੰਦਾ ਨਾ ਕਿ ਬੰਦਾ ਇੱਕ ਅਲੱਗ ਹੀ ਦੁਨੀਆ 'ਚ ਪਹੁੰਚ ਜਾਂਦਾ ਹੁੰਦਾ। ਮੈਨੂੰ ਉਹ ਚੀਜ਼ ਦੀ ਉੱਥੇ ਇੱਕ ਤਰ੍ਹਾਂ ਫੀਲਿੰਗ ਆਈ ਨਾ ਕਿ ਹਾਂ ਯਾਰ ਇੱਦਾਂ ਵੀ ਪੋਇਟਰੀ ਹੋ ਸਕਦੀ ਹੈ। ਮੈਂ ਉਹ ਚੀਜ਼ਾਂ ਸੁਣਦਾ ਹੁੰਦਾ ਕਿਉਂਕਿ ਮੇਰਾ ਜਿਹੜਾ ਹੁੰਦਾ ਨਾ ਕਿ ਮੈਂ ਜ਼ਿਆਦਾਤਰ ਸਿੱਖਦਾ, ਕਿ ਹਰ ਇੱਕ ਬੰਦੇ ਦੀ ਸਿੱਖਣ ਦੀ ਆਦਤ ਹੁੰਦੀ ਹੈ। ਮੈਂ ਕਿਤਾਬਾਂ ਕਦੀ ਰੀਡ ਨਹੀਂ ਕਰਦਾ, ਬਟ ਇਹ ਹੈ ਕਿ ਜਿੰਨਾ ਮੈਂ ਸੁਣ ਕੇ ਸਿੱਖ ਸਕਾਂ ਉਹ ਚੀਜ਼ ਨਹੀਂ ਹੈ। ਬਟ ਇਹ ਨਹੀਂ ਅਗਰ ਮੈਂ ਮੁਸ਼ਾਇਰੇ ਸੁਣਾ ਉਹ ਵੀ ਨਹੀਂ, ਇਹ ਕਿ ਜਿਹੜੇ ਓਪਨ ਮਾਈਕਸ ਚਾਹੁੰਦੇ ਨੇ, ਕਿਉਂਕਿ 20% ਹੈ, 20% ਤੋਂ ਕਿੰਨਾ ਕੁ ਸਿੱਖਣਾ ਨਹੀਂ ਕਰਦਾ। ਫਿਰ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਰეკਮੈਂਡ ਕੀਤਾ ਕਿ ਤੁਸੀਂ ਬੁਲਾਓ, ਇਨਵਾਈਟ ਕੀਤਾ, ਕਿਉਂਕਿ ਮੇਰਾ ਇਹ ਸੀਗਾ ਕਿ ਪਹਿਲਾਂ ਮੈਂ ਉਹਨਾਂ ਤੋਂ ਸ਼ੁਰੂਆਤ ਕਰਾਂ ਜਿਨ੍ਹਾਂ ਤੋਂ ਮੈਂ ਪਹਿਲਾਂ ਮਤਲਬ ਇੱਕ ਹੁੰਦਾ ਨਾ ਕਿ ਫੀਲਿੰਗ ਆਈ ਹੈ ਸੁਣ ਕੇ ਕਿ ਹਾਂ ਪੋਇਟਰੀ ਇਸ ਤਰ੍ਹਾਂ ਦੀ ਲਿਖੀ ਜਾਂਦੀ ਹੈ, ਇਸ ਕਰਕੇ। ਤੇ ਉਸ ਲਈ ਤੁਹਾਡਾ ਸਵਾਗਤ ਹੈ। ਪੋਇਟਰੀਆਂ ਨਾਲ ਗੱਲਬਾਤ ਕਰਾਂਗੇ, ਜਿਵੇਂ ਕਿ ਮੈਂ ਪੁੱਛਿਆ ਸੀ ਕਿ ਕਿਵੇਂ ਸ਼ੁਰੂਆਤ ਹੋਈ ਸੀ, ਉਹ ਇਨਸਪੀਰੇਸ਼ਨ ਕਿੱਥੋਂ ਆਈ ਹੈ, ਸਾਰੀ ਚੀਜ਼ਾਂ ਥੋੜਾ ਜਿਹਾ।
देखो मुझे ना एक चीज़ लगती है कि कुछ भी लिखना जो है ना, उसमें 2-3 चीज़ें बड़ी इम्पोर्टेंट होती है। पहली चीज़ ये इम्पोर्टेंट होती है कि आपके शब्द खूबसूरत हों जो उसमें आप यूज़ कर रहे हो। दूसरा चीज़ है कि उनको आपने किस तरह से पिरोया है ना। तीसरा चीज़ जो आई थिंक सबसे इम्पोर्टेंट चीज़ है कि क्या वो किसी तक पहुंच रही है, किसी के दिल तक पहुंच रही है। अगर वो पहुंच रही है तो मतलब सही मायने में कुछ तो हमने लिखा है ना। तो जैसे पहली चीज़ जब मैंने ये जो लिखा पहले, सबसे पहले मैंने लिखने का कोई टेक्निक्स पता नहीं थी, क्योंकि बहुत नया नया लिखना शुरू किया। टेक्निक्स क्या होती हैं, क्या वो सब कुछ नहीं पता था। हाँ, बस सबसे पहली चीज़ तो जो किया वो एक ख्याल को, कि क्या ख्याल है जो मुझे अच्छा फील हो रहा है ना। तो उस ख्याल को पहले आइडेंटिफाई किया। उसको करने के बाद में फिर उससे कुछ शब्दों को मैंने कोशिश किया कि कुछ अच्छे अच्छे शब्द मैंने पिरोने की कोशिश की। और फिर जब वो थोड़ा सा एक शेप में आने लगा तो बड़ी खुशी हुई कि ओह, ये कुछ तो बन रहा है ना। और फिर ये है कि थोड़ा बैठ के फिर उसको टाइम दे के तसल्ली से थोड़ा सा कुछ राइमिंग कर दिया, कुछ उर्दू के शब्द। जैसे मुझे उर्दू के शब्द बहुत अच्छे लगते हैं, उर्दू मुझे बहुत पसंद है। तो मुझे था कि कुछ शब्द मेरे ज़रूर इसमें आ जाए ना। तो उसके लिए जैसे अपने जहन में कई बार आपके कुछ शब्द हैं लेकिन आपको पता नहीं कि ये करेक्ट है कि नहीं है ना, सही जगह आप यूज़ कर रहे हो कि नहीं कर रहे हो। तो उसके लिए मैंने जैसे देखा है, उर्दू की डिक्शनरीज को देखा, थोड़ा जैसे रेखता पे उस पर देखा थोड़ा सा कि सही करेक्ट हो रहा है कि नहीं। तो इस तरह करके जब वो बना तो अपने को तो बहुत अच्छा लगा कि ओ, पहली बार कुछ लिखा है तो मतलब अच्छा लग रहा है, सुनने में अच्छा लग रहा है। तो बस यही है ना, अपने को अच्छा लगे तब जाके आपको उम्मीद है कि दूसरों को भी अच्छा लगेगा। वो चीज़ की खुशी है अलग। हाँ बिल्कुल बिल्कुल। उसकी शब्द मेरा इस तर੍ਹਾਂ ਰਿਹਾ ਹੈ ਕਿ ਜਿੱਦਾਂ ਮੈਂ ਦੱਸਿਆ ਨਾ, ਮੈਂ ਸਕੂਲ ਟਾਈਮ ਤੋਂ ਜਰਨਲਿੰਗ ਕਰਦੀ ਸੀ, ਡਾਇਰੀ ਲਿਖਦੀ ਸੀ। ਇੱਕ ਨਾ ਜੋ ਲੋਕ ਜ਼ਿਆਦਾ ਸੋਚਦੇ ਆ ਨਾ, ਉਹਨਾਂ ਲਈ ਇੱਕ ਟ੍ਰੈਜੇਡੀ ਵੀ ਹੈ, ਇੱਕ ਬਲੈਸਿੰਗ ਵੀ ਹੈ ਕਿ ਤੁਸੀਂ ਆਪਣਾ ਹਰ ਇਮੋਸ਼ਨ ਨਾ ਐਕਸਪ੍ਰੈਸ कर पाओ चाहे ना कर पाओ, तो महसूस बहुत अच्छे तरीके ना कर दो। आई एम वन ऑफ दो सोल, मैं हर इमोशन को बहुत ही अंदर तक फील करती हाँ, चाहे वो मेरा अपना होवे या किसी होर दा होवे। ते इदां लिखते लिखते डायरी ते फिर इदां शायरियां लिखण दा राइमिंग करन दा मन किया कि चलो राइमिंग करते। फिर मैनू शुरू तो सीगा कि थिएटर करना है, तो मैं वो शीशे अगे ना प्रैक्टिस करती सी, जो भी मैं बोलती सी ना कि वो इमोशंस मैं शीशे अगे देखती सी। आई थिंक वो बोलन का जो एक तकाजा रहा ना कि हाँ इदा बोल सकते हैं, उधरों आया। फिर जो मैं फर्स्ट टाइम लिखी सी ना, तो मैं पीजी च सी उस टाइम, नहीं मतलब मैं लिखती तो काफ़ी पहले तो ही सी, बट मैं अपने पीजी च ना कुड़ी नूं सुनाई। मैं कहा यार सुनना ज़रा कैसी लगी, एंड शी सैड कि यू शुड जॉइन मतलब ओपन माइक वगैरह जाओ, तुसीं तो बहुत अच्छा लिख रहे हो, तो तुहाडी जो ये पोइम है ना हार्ट टचिंग है, मतलब महसूस हो रही है कि कितना किस फीलिंग ना लिखी है, यही जो सुनाई उन्हें मैं। तो फिर मैं भी सोचा कि यार ठीक है, मैं लिख सकती हाँ, कर सकते हैं कोशिश ना। एंड बस इस तरह ही करते 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 फिर ये नहीं है कि रोज़ ही मैं कुछ लिख रही हाँ, नहीं लिख रही हाँ तो पूरा एक मंथ भी चल जाए कुछ नहीं लिखा जा रहा, तो जो लिखन बैठो ऑल ऑफ अ सडन रात में 3 बजे बह गए, 4 बजे बह गए, ऐदा होंदा है कि दिमाग च थॉट्स आते रहेंगे, वो फिर एकदम उठ के लिखने पैंदे, अदरवाइज भूल जाएंगे। एक्चुअली उनको, मेरे को भी ये लगता है कि लिख लो उनको, लिख लो, कहीं भी लिख लो, बहुत बार रिग्रेट होया, मैंू बहुत बार रिग्रेट होया सवेरे उठ के, मैं कहा यार वो थॉट इतना अच्छा सीगा, मैं क्यों नहीं लिख पाई। कई बार ऐसा नहीं होता कि साडे दिमाग में बहुत वधिया चीज़ चल रही होंदी है, तो ਆਪਾਂ ਲਿਖਣ ਬੈਠਦੇ ਤੇ ਭੁੱਲੇ ਜਾਂਦੇ ਆ। ਹੁਣ ਮੈਂ ਨਾ ਜਦੋਂ ਆਪਣਾ ਸਟਾਰਟਿੰਗ ਕਰਨਾ ਸੀਗਾ, ਮੇਰਾ ਚੱਲ ਰਿਹਾ 2 ਸਾਲਾਂ ਤੋਂ ਇਸ ਚੀਜ਼ ਤੇ ਚੱਲ ਰਿਹਾ ਸਾਰਾ ਕੰਮ, ਤੇ ਮੈਂ ਨਾ ਇੱਕ ਚੀਜ਼ ਦਾ ਨਾਮ ਹੀ ਸੋਚ ਰਿਹਾ ਸੀ ਕਿ ਕਿਆ ਨਾਮ ਰੱਖਿਆ ਜਾਵੇ। ਮੈਂ ਬਹੁਤ ਸਾਰੇ ਨਾਮ ਸਰਚ ਕੀਤੇ, ਕਦੇ ਕੁਛ। ਫਿਰ ਐਦੀ ਦਿਮਾਗ 'ਚ ਇੱਕ ਚੀਜ਼ ਆਈ, ਮੈਂ ਕਿਹਾ ਯਾਰ ਕੁਛ ਯੂਨੀਕ ਜਿਹਾ ਨਾਮ ਹੋਵੇ ਕਿ ਜਨਤਾ ਨੂੰ ਆਪਣੇ ਵੱਲ ਕਿਵੇਂ ਖਿੱਚਿਆ ਜਾ ਸਕਦਾ। ਫਿਰ ਮੈਂ ਐਦੀ ਜਿੱਦਾਂ ਨਾਮ ਸੋਚੀ ਗਿਆ, ਫਿਰ ਦੇਖੀ ਕਿ ਇਸ ਨਾਮ ਦਾ ਕੋਈ ਹੋਰ ਨਾਮ ਨਾ ਹੋਵੇ ਜਾਂ ਕਿਸੇ ਨੇ ਯੂਜ਼ ਕੀਤਾ ਹੋਵੇ। ਫਿਰ ਫਾਈਨਲੀ ਆ ਕੇ ਮੈਂ ਕਿਹਾ ਹਾਂ ਆਹ ਨਾਮ ਸੈੱਟ ਹੈ ਤੇ ਵਧੀਆ ਰਹੇਗਾ। अगर कोई कहेगी कि इन्होंने साडा बेड़ा नाम तो रखे हुआ है, बैठे तो बरांडे जाए कमरे च, मैं इस जनता को खिंचना इस तरीके नाल आपां उस लिए। सो हुण तुसीं अपनी अपनी शायरियां शुरू करनी। साडा जो मेरा चीज़ का मेन मकसद यही है कि असीं शायरियां सुनिए। ये छोटा जिहा शायरा टाइप है कि हर एक जिद्दां तुहाडे कोल 20-25 मिनट जिन्ना तुसीं लेना लैके शायरियां पढ़नियां ने,
ਤੇ ਇੱਕ ਦੂਜੇ ਨੂੰ ਸੁਣਾਣੀ, ਸਾਨੂੰ ਵੀ ਸੁਣਾਣੀ ਹੈ। ਮੇਨ ਗੱਲ मैं ही सुन बैठा, मैं सीखने बैठा। नहीं, आपसे भी एक सवाल है मेरा हाँ जी। कि आपने कैसे शुरू किया लिखना और कब शुरू किया? ਐਕਚੁਅਲ ਚ ਮੈਂ ਖੁਦ ਨੂੰ ਨਾ ਇੱਕ ਧੱਕੇ ਨਾਲ ਬਣਿਆ ਸ਼ਾਇਰ ਕਹਿੰਦਾ ਹਾਂ, ਕਿਉਂਕਿ ਸਾਡੀ +1 +2 ਦੀ ਗੱਲ ਹੈ। ਮੇਰੇ ਇੱਕ ਦੋਸਤ ਸੀਗਾ ਗੁਰਪ੍ਰੀਤ ਸਿੰਘ, ਉਹਨਾਂ ਇੱਕ ਕਾਪੀ ਹੁੰਦੀ ਸੀਗੀ, ਗਾਣੇ ਬੜੇ ਲਿਖਦਾ ਰਹਿੰਦਾ ਸੀਗਾ, ਮਤਲਬ ਕਿਸੇ ਸਿੰਗਰ ਵਗੈਰਾ ਦੇ। ਤੇ ਉਹਦੇ ਬਾਅਦ ਚ ਇੱਕ ਉਹ ਮੁੰਡਾ ਹੋ ਗਿਆ, ਫਿਰ ਇੱਕ ਸਾਡੇ ਪਿੰਡ ਦਾ ਮੁੰਡਾ ਸੀਗਾ, ਉਹ ਹੈਬੀ ਮੁਕਾਰੀ ਨਾਮ ਰੱਖਦਾ ਕੁਛ ਉਹ, ਤੇ ਉਹ ਵੀ ਲਿਖਦਾ ਸੀ। ਮੈਂ ਕਿਹਾ ਜੇ ਤੁਸੀਂ ਲਿਖਦੇ ਕਿੱਦਾਂ? ਉਹੀ ਮੇਰੇ ਸਿੱਖਣ ਦੀ ਆਦਤ, ਕਿਉਂਕਿ ਮੈਨੂੰ ਉਹਨੇ ਚੀਜ਼ਾਂ ਬਾਰੇ ਕੁਝ ਨਹੀਂ ਪਤਾ। ਤੇ ਕਹਿੰਦੇ ਯਾਰ ਇੱਦਾਂ ਕੁਛ ਨਹੀਂ ਹੈ, ਬਸ ਕੁਛ ਸੋਚ, ਇਹ ਉਹਨੂੰ ਅੱਖਰਾਂ 'ਚ ਪਰੋਲ ਹੈ। ਮੈਂ ਕਿਹਾ ਯਾਰ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਕਦੇ, ਤੁਸੀਂ ਇੱਦਾਂ ਕਿੱਦਾਂ ਕਰੀ ਜਾਂਦੇ। ਫਿਰ ਮੈਂ ਨਾ ਭਾਈ ਡਾਇਰੀ ਲਿਖਣੀ ਸ਼ੁਰੂ ਕਰਤੀ, ਉਹੀ ਜਿਸ ਤਰ੍ਹਾਂ ਗੁਰਪ੍ਰੀਤ ਨੇ ਕੀਤਾ ਸੀਗਾ, ਤੇ ਸੇਮ ਐਜ਼ ਇਟ ਇਜ਼ ਮੈਂ ਲਿਖਣਾ ਸ਼ੁਰੂ ਕਰਤਾ ਕਿ ਸਿੰਗਰ ਹੈ ਜੀ ਰਾਈਟਿੰਗਸ ਵਗੈਰਾ। ਤੇ ਉਸ ਵੇਲੇ ਆਪਣੇ ਕੋਲ ਫੇਸਬੁੱਕ ਤੇ ਔਰਕੁਟ ਬਹੁਤ ਚੱਲਦੀ ਹੁੰਦੀ ਸੀ 2011 ਦੇ ਨਾਲ। ਤੇ ਮੈਂ ਉਹ ਚੀਜ਼ਾਂ ਕਰੀ ਜਾਣੀਆਂ। ਇੱਕ ਦਿਨ ਐਦੀ ਨਾ ਇੱਕ ਮੇਰਾ ਇਹ ਪਹਿਲਾ ਜੋ ਲਿਖਿਆ ਸੀਗਾ, ਮੈਨੂੰ ਯਾਦ ਨਹੀਂ ਹੈ, ਉਹ ਸੀਗਾ ਗੁਰਨਾਮ ਭੁੱਲਰ ਦਾ ਗਾਣਾ ਆਇਆ ਸੀਗਾ, ਹੀਰੀਏ ਕੁੜੀਆਂ ਸੌਂਦਾ। ਉਹਦਾ ਜਦੋਂ ਪਹਿਲਾ ਸ਼ਾਇਰੀ ਸੀ, ਮੈਂ ਕਿਹਾ ਯਾਰ ਇਹਨੂੰ ਤੋੜ ਮੋੜ ਕੇ ਕੁਛ ਲਿਖਿਆ ਜਾਵੇ। ਮੈਂ ਉਹ ਲਿਖਿਆ, ਮੈਂ ਕਿਹਾ ਯਾਰ ਹਾਂ ਕੁਛ ਹੋਇਆ। ਤੇ ਉੱਥੋਂ ਮੇਰੀ ਲਿਖਣ ਦੀ ਸ਼ੁਰੂਆਤ ਹੋਈ। ਫਿਰ ਜਿੱਦਾਂ ਮੈਂ ਲਿਖਦਾ ਗਿਆ ਹੌਲੀ ਹੌਲੀ, ਮੈਂ ਐਕਚੁਅਲ 'ਚ ਬਹੁਤ ਜ਼ਿਆਦਾ ਸੀ ਸ਼ਬਦ ਦੀ ਵਰਤੋਂ ਕਰਦਾ ਸੀਗਾ। ਤੇ ਕਾਲਜ 'ਚ ਚਲੋ ਮੇਰਾ ਮਜ਼ਾਕ ਬਣਾਇਆ ਗਿਆ, ਸਾਰੀ ਚੀਜ਼ਾਂ ਦੀ, ਚਲੋ ਮੈਂ ਉਹਨਾਂ ਚੀਜ਼ਾਂ ਨੂੰ ਇਗਨੋਰ ਹੀ ਕੀਤਾ। ਬਟ ਜਦੋਂ ਅਸੀਂ ਅੱਗੇ ਉਹੀ ਸੁਣਦੇ ਗਏ ਨਾ, ਉਹਦੇ ਨਾਲ ਮੇਰੀ ਪਰਫੈਕਟ ਹੁੰਦਾ ਗਿਆ ਉਸ ਚੀਜ਼ 'ਚ। ਇਹ ਨਹੀਂ ਕਹਿੰਦਾ ਮੈਂ ਅੱਜ ਵੀ ਪਰਫੈਕਟ ਹਾਂ, ਬਟ ਮੈਂ ਐਕਸਪੈਰੀਮੈਂਟ ਕਰਦਾ। ਅਗਰ ਚੀਜ਼ ਬਣ ਗਈ ਤਾਂ ਠੀਕ ਹੈ, ਨਹੀਂ ਬਣੀ ਤਾਂ ਬਸ ਧੱਕੇ ਨਾਲ ਬਣਿਆ ਸ਼ਾਇਦ। ਬਸ ਇਹ ਚੀਜ਼ਾਂ ਚੱਲਦੀਆਂ, ਕਿਉਂਕਿ ਮੈਂ ਐਕਚੁਅਲ 'ਚ ਮੈਂ ਕਿਸੇ ਬੁੱਕਸ ਨੂੰ ਨਹੀਂ ਪੜ੍ਹਿਆ ਜਿਹੜਾ ਮੇਰਾ ਆਉਂਦਾ। ਤੇ ਬੁੱਕਸ ਹੋ ਗਈਆਂ ਜਾਂ ਆਪਣੇ ਵੱਡੇ ਸ਼ਾਇਰ ਹੋ ਗਏ, ਮੈਂ ਕਦੀ ਨਹੀਂ ਸੁਣਿਆ ਉਹਨਾਂ ਨੂੰ। ਜਦੋਂ ਕੋਈ ਕਹਿੰਦੇ ਕਿ ਉਹ ਸ਼ਾਇਰ ਤੁਸੀਂ ਸੁਣਿਆ, ਮੈਂ ਕਿਹਾ ਭਾਈ ਮੈਂ ਤਾਂ ਸੁਣਿਆ ਨਹੀਂ, ਮੈਨੂੰ ਤਾਂ ਨਾਮ ਤੱਕ ਨਹੀਂ ਪਤਾ ਹੁੰਦੇ। ਸਿਰਫ ਮੈਨੂੰ ਇਹਨਾਂ 'ਚ ਇੱਕ ਪਤਾ ਗੁਲਜ਼ਾਰ ਸਾਹਿਬ ਜੀ ਬਾਰੇ, ਬਸ ਉਹਨਾਂ ਤੋਂ ਇਲਾਵਾ ਕਿਸੇ ਹੋਰ ਪਤਾ ਨਹੀਂ। ਬਸ ਸ਼ਾਇਰੀ ਪੋਇਟਰੀ ਇਜ਼ ਆਲ ਅਬਾਊਟ। ਜਦੋਂ ਮੈਂ ਲਿਖ ਰਹੀ ਸੀ ਕਿ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਨਾ ਓਪਨ ਮਾਈਕ ਕਰੂੰਗੀ, ਮੈਂ ਆਪਣੇ ਲਈ ਲਿਖਦੀ ਸੀ ਕਿ ਮੇਰੇ ਇਮੋਸ਼ਨਸ ਹੈ, ਕਿਸੇ ਦੂਸਰੇ ਨੂੰ ਸੁਣਾਉਣ ਤੋਂ ਬੈਟਰ। ਮੈਨੂੰ ਇਹ ਬਹੁਤ ਹੁੰਦਾ ਸੀਗਾ ਕਿ ਕੋਈ ਮਜ਼ਾਕ ਨਾ ਬਣਾ ਦੇ, ਤਾਂ ਮੈਂ ਡਾਇਰੀ 'ਚ ਲਿਖ ਲਓ, ਆਪਣੇ ਕੋਲ ਹੀ ਰੱਖੋ ਤੇ ਠੀਕ ਹੈ। ਪਰ ਹੁਣ ਮਜ਼ਾਕ ਦੀ ਗੱਲ ਹੈ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਸਾਡੇ ਨਾ ਕਾਲਜ 'ਚ ਜਦੋਂ ਮੈਂ ਡਿਗਰੀ ਕਰ ਰਿਹਾ ਸੀਗਾ, ਪਹਿਲੇ ਸੈਮ 'ਚ ਮੇਰੀ ਸਪਲੀ ਆ ਗਈ, ਅਕਾਊਂਟਸ ਦੀ ਆ ਗਈ, ਬੀਕਾਮ ਕਰਦਾ ਸੀਗਾ। ਤੇ ਸਾਡੀ ਇੱਕ ਮੈਡਮ ਹੁੰਦੀ ਸੀਗੀ, ਉਹ ਮੈਡਮ ਨੇ ਨਾ, ਤੁਹਾਨੂੰ ਪਤਾ ਜੇ ਕਿਸੇ ਬੱਚੇ ਦੀ ਸਪਲੀ ਆ ਜਾਵੇ ਉਸ ਮੈਡਮ ਦੀ, ਤੇ ਮੈਡਮ ਫਿਰ ਥੋੜ੍ਹੀ ਜਿਹੀ ਈਰਖਾ ਰੱਖਣ ਲੱਗ ਜਾਂਦੀ। ਉਹਨੇ ਮੈਡਮ ਨੇ ਮੇਰੇ ਨਾਲ ਈਰਖਾ ਰੱਖਣੀ ਸ਼ੁਰੂ ਕਰਤੀ ਭਾਈ। ਮੈਂ ਕਿਹਾ ਚਲੋ ਕੋਈ ਨਹੀਂ, ਕੁਛ ਨਹੀਂ ਕਹਿਣਾ। ਜਿਹੜਾ ਮੇਰਾ ਦੋਸਤ ਸੀਗਾ ਉਹਦੇ ਪਿੰਡ ਦਾ, ਉਹਨੇ ਕੀ ਕਹਿਣਾ ਕਿ ਤੂੰ ਮਨੋਜ ਦਾ ਸਾਥ ਨਹੀਂ ਦੇਣਾ, ਤੇਰੀ ਮੈਂ ਅਟੈਂਡੈਂਸ ਲਾ ਦੂੰਗੀ। ਮਨੋਜ ਬੇਸ਼ੱਕ ਕਲਾਸ 'ਚ ਬੈਠਾ, ਮੈਂ ਅਟੈਂਡੈਂਸ ਵੀ ਨਹੀਂ ਲਾਉਣੀ। ਤੁਸੀਂ ਮੰਨੋਗੇ ਕਿ ਮੈਂ 3 ਸਾਲ ਲਗਾਤਾਰ, ਮੈਨੂੰ ਜਦੋਂ ਵੀ ਉਹਦਾ ਪੀਰੀਅਡ ਆਉਂਦਾ ਸੀਗਾ ਮੈਨੂੰ ਖੜਾ ਕਰ ਰੱਖਦੇ ਸੀਗੇ। ਤੇ ਚਲੋ ਮੇਰੀ ਨਾ ਇੱਦੀ ਇੱਕ ਪਰਫਾਰਮੈਂਸ ਹੋਈ ਸੀਗੀ ਉਸ ਵੇਲੇ, ਧੀਆਂ ਵਾਲੇ ਸੀਗਾ ਗੋਲਡਨ ਡੇ ਤੇ ਮੈਂ ਲਿਖਦਾ ਸੀਗਾ ਥੋੜ੍ਹਾ ਬਹੁਤਾ, ਤੇ ਫਾਈਨਲੀ ਰਿਹਾ। ਤੇ ਉਸ ਵੇਲੇ ਕੀ ਹੋਇਆ, ਇਹ ਮੈਡਮ ਕਹਿੰਦੀ ਕਿਸੇ ਨੂੰ ਪਰਫਾਰਮ ਕਰਨਾ ਹੋਊਗਾ ਆਪਣਾ ਨਾਮ ਦੇ ਦਿਓ। ਮੈਂ ਜਿਗਰਾ ਜਿਹਾ ਕਰਕੇ ਦੇਤਾ ਭਾਈ ਨਾਮ ਹੈ, ਡਾਟਾ ਮੇਰੇ ਕੋਲ ਕੁਛ ਨਹੀਂ, ਇੱਦੀ ਵਿਹਲਾ ਬੈਠਾ। ਮੈਂ ਦੋਸਤ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਮੈਨੂੰ ਡਾਟਾ ਦਿਓ, ਮੈਂ ਕੁਛ ਨਾ ਕੁਛ ਬੋਲਣਾ ਹੈ। ਉਹਨੇ ਭਾਈ ਇੱਕ ਪੋਇਟਰੀ ਦਿੱਤੀ, 3-4 ਪੈਰਿਆਂ ਜਿਹੜਾ ਮੈਂ ਪੈਰੇ ਅੱਜ ਕੱਲ੍ਹ ਲਿਖਣਾ ਸ਼ਾਇਦ ਉੱਥੋਂ ਹੀ ਹੈ ਮੇਰੀ ਸ਼ੁਰੂਆਤ। ਫਿਰ ਜਦੋਂ ਨਾ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਉਹਦੇ 4 ਪੈਰਿਆਂ ਤੋਂ 25 ਪੈਰੇ ਬਣਾ ਦਿੱਤੇ, ਬੈਠੇ ਬਣਾਤੇ ਜੀ। ਫਿਰ ਮੈਂ ਪਰਫਾਰਮ ਕੀਤਾ, ਚਲੋ ਵਧੀਆ ਰਿਹਾ ਸਾਰਾ। ਕਾਲਜ ਸਾਹਮਣੇ ਪਹਿਲੀ ਵਾਰ ਪਰਫਾਰਮ ਕੀਤਾ, ਮਜ਼ਾ ਆਇਆ। ਨੈਕਸਟ ਡੇ ਆਇਆ, ਮੈਡਮ ਆਈ, ਖੜਾ ਕਰ ਦਿਆ ਮੈਂ, ਕਹਿੰਦੀ ਹਾਂ ਬਈ ਪੜ੍ਹਨਾ ਵੀ ਹੈਗਾ ਜੇ ਆਹੀ ਕੰਮ ਕਰਨੇ ਆ। ਕਹਿੰਦੀ ਇਹ ਦੱਸ, ਕਹਿੰਦੀ ਆਡੀਅנס ਆਪਣੀ ਹੁੰਦੀ ਕਿ ਬਾਹਰ ਹੁੰਦੀ ਹੈ? ਮੈਂ ਕਿਹਾ ਮੈਂ ਬਾਹਰ ਹੁੰਦੀ ਹੈ, ਆਪਣੀ ਕੌਣ ਲੈ ਕੇ ਜਾਏਗਾ? ਕਹਿੰਦੇ ਨਹੀਂ ਆਪਣੀ ਹੁੰਦੀ ਹੈ। ਪੁੱਛ ਲੈ ਭਾਈ, ਕਿਸੇ ਬੰਦੇ ਨੇ ਮਦਦ ਨਹੀਂ ਕੀਤੀ ਮੇਰੀ। ਕੋਈ ਯਾਰ ਦੋਸਤ ਹੁੰਦੇ ਨਾ ਕਿ ਤੂੰ ਪੁੱਛ, ਕੋਈ ਖੜਾ ਨਹੀਂ ਹੋਇਆ, ਮੈਂ ਇਕੱਲਾ ਖੜਾ। ਮਤਲਬ ਉਹਨੇ ਮੇਰੇ ਨਾਲ ਬਹੁਤ ਈਰਖਾ ਕੱਢੀ ਹੈ, ਇੰਨੀ ਜ਼ਿਆਦਾ। ਫਿਰ ਜਦੋਂ ਮੇਰਾ ਫਾਈਨਲੀ ਰਿਜ਼ਲਟ ਆਇਆ 3rd ਸੈਮ ਦਾ, ਮਤਲਬ 6th ਸੈਮ ਦਾ, ਮੇਰੇ ਨੰਬਰ ਆਈ ਥਿੰਕ ਕਲਾਸ 'ਚ ਤੀਜੇ ਚੌਥੇ ਨੰਬਰ 'ਤੇ ਸੀਗਾ ਮੇਰਾ ਟੋਟਲ। ਮੈਂ ਮੈਮ ਨੂੰ ਫੋਨ ਕੀਤਾ, ਮੈਂ ਵੀ ਉੱਦਾਂ ਦਾ ਅੱਗੇ ਦੇ, ਤਾਂ ਕਹਿੰਦੀ ਹਾਂਜੀ ਕੌਣ? ਮੈਂ ਮਨੋਜ ਗੱਲ ਕਰ। ਕਹਿੰਦੀ ਕਿਹੜਾ? ਮੈਂ ਕਿਹਾ 2015 ਬੈਚ। ਕਹਿੰਦੀ ਅੱਛਾ ਕਿਆ ਹੋਇਆ? ਮੈਂ ਕਿਹਾ ਮੈਮ ਰਿਜ਼ਲਟ ਆਇਆ, ਸਾਡੇ 75 ਨੰਬਰ ਆਉਂਦਾ ਸੀਗਾ। ਕਹਿੰਦੀ ਕਿੰਨੇ ਨੰਬਰ ਮਾਰਕਸ ਆਏ ਤੇਰੇ? ਮੈਂ ਕਿਹਾ 69। ਕਹਿੰਦੀ ਹੋ ਹੀ ਨਹੀਂ ਸਕਦਾ। ਮੈਂ ਕਰੋ ਰਿਜ਼ਲਟ ਚੈੱਕ।
ਕਹਿੰਦੇ ਤੂੰ ਕਿੱਦਾਂ ਪਾਸ ਹੋਇਆ ਕਹਿੰਦੇ ਫਿਰ ਉਹੀ ਮੈਂ ਉਹ ਦੱਸਿਆ ਕਿ ਮੈਂ ਕਿਸੇ ਦਾ ਤਾਂ ਮਜ਼ਾਕ ਨਹੀਂ ਬਣਾਈ ਜਾਂਦਾ, ਕਦੇ ਕੋਈ ਵੀ ਕੁਝ ਵੀ ਕਰ ਸਕਦਾ ਹੈ, ਹਰ ਇੱਕ ਚ ਪਰਮਾਤਮਾ ਨੇ ਅਜਿਹੀ ਟੈਲੈਂਟ ਜੋੜਿਆ ਹੋਇਆ, ਸਾਨੂੰ ਕੁਝ ਨਹੀਂ ਪਤਾ। ਇਹ ਸੀ ਮੇਰੀ ਮੋਈ, ਤੁਸੀਂ ਮਜ਼ਾਕ ਤੇ ਆਏ ਹੋ ਤਾਂ ਦੱਸੀ ਹੈ। ਸੋ ਹੁਣ ਤੁਸੀਂ ਆਪਣੀ ਸ਼ਾਇਰੀ ਦੇ ਟਾਈਟਲ ਤੇ ਦੱਸਣੀ ਹੈ ਤੇ ਉਹਨੂੰ ਲਿਖਣਾ ਹੈ ਕਿਵੇਂ, ਤੁਸੀਂ ਕਿਵੇਂ ਦਿਮਾਗ 'ਚ ਆਈ ਸੀ ਸੋਚਿਆ ਉਹ ਚੀਜ਼ ਬਾਰੇ? ठीक है। ਕਿਉਂਕਿ ਮੈਂ ਤੁਹਾਨੂੰ ਦੱਸਾਂ ਮੇਰਾ ਇੱਕ ਹੀ ਚੀਜ਼ ਬਾਰ-ਬਾਰ ਕਹਿੰਦਾ, ਮੈਨੂੰ ਸਿੱਖਣ ਦਾ ਬਹੁਤ ਸ਼ੌਕ ਹੈ। ਉਹ ਚੀਜ਼ਾਂ ਸੋਚਦਾ ਰਹਿੰਦਾ ਯਾਰ ਉਹ ਬੰਦੇ ਨੇ ਇੱਥੇ ਕਿਵੇਂ ਲਾਈਨ ਬਣਾਈ ਆ, ਕਿੱਦਾਂ ਲਿਖਿਆ। चलिए मैं शुरुआत करती हूँ। मैं ना बहुत बार जैसे मैंने कहा अगेन कि हर रोज़ मेरे पास एक कहानी है और मैंने एक चीज़ कॉमन देखी कि हर कहानी में दर्द है, हर इंसान पेन में है, तकलीफ़ में है, कुछ ना कुछ पेन है ना। और तो कहीं ना कहीं एक फीलिंग आई कि क्यों, मतलब भगवान अगर हम कहते हैं, जैसे खुदा हम कहते हैं, भगवान कहते हैं कि वो सबके लिए अच्छा सोचता है, हम सब उसके बच्चे हैं, वो हमारे लिए अच्छा सोचता है। तो जब वो हमारे लिए अच्छा सोचता है तो क्यों इतनी तकलीफ़, इतनी पेन क्यों है ना। और दूसरा है कि लोग जब तकलीफ़ में होते हैं, पेन में होते हैं, तो उनको ऐसे लगता है कि बस पता नहीं क्यों हमारे को बिना मतलब से ये पेन है, लाइफ में कुछ नहीं मिल रहा है, बड़ा डिसअपॉइंट हो जाते हैं करके ना। तो वो मेरा था मेन ये थॉट था जब मैंने ये वाली खुदा से मुलाकात इसका टाइटल है। तो ये थॉट था जब ये लिखा मैंने कि खुदा से यूं एक दिन मुलाकात हो गई, खुदा से जो एक दिन मुलाकात हो गई, बस कुछ गुफ्तगू की शुरुआत हो गई। पूछा मैंने कि सताते क्यों हो तुम, पूछा मैंने कि सताते क्यों हो तुम, टूटे हुओं को और रुलाते क्यों हो तुम। टूट कर जुड़ना भी होता है हमें बार बार, टूट कर जुड़ना भी होता है हमें बार बार, क्यों इतनी बेरहमी से तोड़ते हो हर बार। क्या वाह। मुश्किल है निहायत टुकड़ों को जोड़ना, मुश्किल है निहायत टुकड़ों को जोड़ना, चूर चूर करके क्यों तोड़ते हो हर बार। वाह। तो खुदा ने सुना और फिर इसका जवाब दिया कि सजते नहीं यूं ही सरों पे ताज, सजते नहीं यूं ही सरों पे ताज, मिलते नहीं यूं ही बुलंदियों के खिताब। वाह वाह। गुजरना पड़ता है मुताफिन के शहर से, गुजरना पड़ता है मुताफिन के शहर से, जज्बात हाथ में लिए नजर आसमान पे की। वाह 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 वाह, बहुत खूब। बेशकीमती हो तुम, चमकना है तुमको, बेशकीमती हो तुम, चमकना है तुमको, गुजरना तो होगा कोयले की खान से तुमको। वाह वाह। इबारत लिखनी है कामयाबी की, इबारत लिखनी है कामयाबी की, इतिहास तो यूं ही रचना होगा तुमको, इतिहास तो यूं ही रचना होगा तुमको। सो ये लिखने की कोशिश की थी। जी ਆਪਾਂ ਐਦਾਂ ਚੱਲਣਾ, ਇੱਕ ਤੁਸੀਂ ਇੱਕ ਤੁਸੀਂ। ठीक है। एक्चुअली मैं एक नवी लिखी सीगी एंड ਇਹਦਾ टाइटल है दरिया वे दरिया। एक्चुअली मेरी पोइट्री ज़्यादातर ना आई थिंक एक कुड़ी पेन च किद्दां दी हो सकती है, लाइक वो वेट जो हुंदा ना, कुड़ी किद्दां इंतज़ार करती है क्या ਉਹਦਾ अंदर की चलता है, आई थिंक वो एक्सप्रैस करने की कोशिश की है। दरिया वे दरिया सुन वे अड़िया, दरिया वे दरिया सुन वे अड़िया, डूंगा तू बाला रहस लुकाए खड़िया, मचले दिल मेरा चन पुन्निया दा चढ़िया, सियाह रात नैना नू किसे भी ना पड़िया, गुआचे गुआचे बुल्लां ते इल्जाम इश्क दा मड़िया, कसम खुदा दी मैं बस हथ महरम दा फड़िया। बहुत बढ़िया। गुट दे नाल नाल ओदा रूह ते नाए कड़िया, कैसी ये जंग ओदा साह मेरे साह नाल लड़िया, दरिया वे दरिया सुन वे अड़िया। क्या बात। चन वे चन मेरी एक गल मन, ਚੰਨ ਵੇ ਚੰਨ मेरी एक गल मन। हुण पहले दरिया नूं लपेट लिया, हुण चन वाल जा रही है कि चन वे चन मेरी एक गल मन, गौर नाल सुनी, चन वे चन मेरी एक गल मन, गौर नाल सुनी कर मेरे वाल कन, विछोड़ा इंज जापे काले नाक दा जो फन,
ਗੁਆਚੀ ਸੁਧ ਮੇਰੀ ਫਿਰਾਂ ਕੱਲੀ ਵਨ ਵਨ ਮੇਰੇ ਤਿੱਕਰ ਪੁੱਜੇ ਨਹੀਂ ਕੋਈ ਲੱਗਾ ਜਿਹਾ ਬਨ ਇਸ਼ਕ ਨੂੰ ਰੋਕਦੀ ਮੈਂ ਡੁਆਠਣ ਦਿੱਤੀ ਪਨ क्या बात ਤੂੰ ਨਿਗਾਹ ਜ਼ਰਾ ਮਾਰ ਉਹ ਕਿਹੜੇ ਦੇਸ ਹਨ ਅਸੀਂ ਦੋਵੇਂ ਇੱਕ ਹੋਏ ਤੇਰੀ ਹਜ਼ੂਰੀ ਚ ਸਨ वाह क्या ਚੰਨ क्या ਦੀ बात ਚੰਨ, ਮੇਰੀ ਇੱਕ ਗੱਲ ਮੰਨ बहुत बढ़िया बहुत बढ़िया ਹਵਾ ਨਹੀਂ ਹਵਾ ਗੱਲ ਦਿਲ ਦੀ ਕਵਾਂ ਹਵਾ ਹਵਾ ਤੇ ਹਰ ਕਿਧਰੇ ਆ ਨਾ ਹਵਾ ਦੀ ਹਵਾ ਨਹੀਂ ਹਵਾ ਗੱਲ ਦਿਲ ਦੀ ਕਵਾਂ ਕੱਲੀ ਕੱਲੀ ਰਾਤ ਇੱਕ ਸਾਲ ਲੇਖਾਂ ਸਮਾਂ ਮਖੌਲ ਕਰਨ ਸਾਰੇ ਦੱਸ ਕਿਹਦੇ ਕੋਲ ਬਵਾਂ ਕੋਈ ਚਿੱਤ ਵੀ ਨਹੀਂ ਮੈਨੂੰ ਕਿੱਥੇ ਚੁੱਲਾ ਕਿੱਥੇ ਤਵਾ क्या बात है। ਬਸ ਅੱਠੋ ਪਹਿਰ ਉਹਦੀ ਯਾਦ ਵਿੱਚ ਰਵਾਂ ਨਿਤ ਰਾਹ ਨੂੰ ਉਡੀਕਦੀ ਕਾਲੀ ਕੋਠੜੀ ਚ ਪਵਾਂ ਭੁੱਖ ਨਾ ਸਤਾਏ ਉਹਨੂੰ ਰੋਟੀ ਦਵੀਂ ਖਵਾ ਬੁੱਲਾ ਬਨ ਕੇ ਕੰਨ ਉਹਦੇ ਵਿੱਚ ਸੋਹਣਾ ਗੀਤ ਗਵਾ ਹਵਾ ਨਹੀਂ ਹਵਾ ਗੱਲ ਦਿਲ ਦੀ ਕਵਾਂ ਹਵਾ ਨਹੀਂ ਹਵਾ वाह ਗੱਲ क्या बहुत बात है, क्या बहुत बात बहुत बढ़िया बहुत बढ़िया वही है ना मैं देखो ताई से मैं ਤੁਹਾਨੂੰ ਤਾਂ ਹੀ ਇਸ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਇਨਵਾਈਟ ਕੀਤਾ ਹੁਣ ਜਿਵੇਂ ਤੁਸੀਂ ਖੁਦ ਨਾਲ ਗੱਲਬਾਤ ਦੱਸੀ ਹੈ ਜਿਵੇਂ ਬੰਦੇ ਪੇਨ 'ਚ ਹੈ ਹੁਣ ਤੁਸੀਂ ਕਾਮਨ ਚੀਜ਼ ਦੇਖੀ ਤੁਸੀਂ ਦੋਨਾਂ ਨੇ ਪੇਨ ਵਾਲੀ ਗੱਲ ਕੀਤੀ ਹੈ ਠੀਕ ਹੈ ਉਹਨਾਂ ਨੇ ਤੁਸੀਂ ਖੁਦਾ ਨਾਲ ਗੱਲ ਕੀਤੀ ਹੈ ਉਹਨਾਂ ਨੇ ਜੋ ਖੁਦਾ ਦੁਆਰਾ ਬਣਾਈ ਕੁਦਰਤ ਦੀ ਗੱਲ ਕੀਤੀ ਹੈ ਕੀ ਬਾਤ ਹੈ ਹੁਣ ਤੁਸੀਂ ਅੱਗੇ हाँ जी एक अब अगले जो है उसका टाइटल है दरवाजे की चौखट तो ये मतलब अगेन ये भी कहीं ना कहीं है ये पेन ही है कि एक लड़की की कहानी है कि कैसे उसने अपने आप को रोक के रखा था कि वो अपनी ज़िंदगी में अब किसी को नहीं आने देगी क्योंकि जो उसके एक्सपीरियंस हुए वो बड़े तकलीफ़ वाले थे तो उसने कहा नहीं अब मेरी लाइफ में कोई नहीं आएगा पर कहते हैं ना कि चीज़ों पे बस नहीं होता है ਬਿਲਕੁਲ है ना इंसान सोचता कुछ है लेकिन हर चीज़ पे कंट्रोल नहीं होता तो ऐसे उसकी लाइफ में भी कोई आता है और फिर किस पेन से वो दोबारा गुजरती है तो ये उसके ऊपर है दरवाजे की चौखट पर लिख दिया था मैंने दरवाजे की चौखट पर लिख दिया था मैंने कमरा कोई खाली नहीं है किराए पर देने को इस मकान का कोई भी कोना मुमकिन नहीं है क्या न जाने हवा कब वो तख्ती उड़ा के ले गई न जाने हवा कब वो तख्ती उड़ा के ले गई एक मुसाफिर के आमद की इत्तला कर गई क्या बात है मैं हैरान उस मुसाफिर को मकान पे कब्ज़ा करते देखती रही मैं हैरान उस मुसाफिर को मकान पे कब्ज़ा करते देखती रही जर्जर इमारत के पर्दों पर इत्र छिड़कते देखती रही क्या बात है हवाएं भी कुछ इस कदर हैरान थी हवाएं भी कुछ इस कदर हैरान थी मुद्दतों बाद घर की खिड़कियां खोलते देखती रही क्या बात है कुछ दिन में वो घर खाली कर गया कुछ दिन में वो घर खाली कर गया और मुझको मेरे ही घर में किराएदार कर गया क्या बात है तो लास्ट लाइन दोबारा बोले होंगे रिपीट करें कुछ दिन में हाँ। वो घर खाली कर गया और मुझको मेरे ही घर में किराएदार कर गया वाह इट्स वेरी डीप and it actually happens वही सोचने वाली गल है बहुत ज़्यादा नहीं बिल्कुल बिल्कुल सो के थोड़े बाद it's a monologue between a daughter and a mother ओके and it's about कि दिल टूट गया and कुड़ी अपनी माँ ਨੂੰ ਦੱਸਣਾ ਚਾਹ ਰਹੀ ਹੈ कि I'm not good I'm not feeling good ਕੁਝ ਇਸ ਤਰ੍ਹਾਂ ਨਾਲ ਹੈ ਕਿ ਮਾਏ ਮੇਰੀ ਕੋਠੜੀ 'ਚ ਧੁੱਪ ਕਿਤੋਂ ਵੀ ਨਾ ਆਵੇ ਐਸੀ ਕਾਲੀ ਰਾਤ ਲੋ ਚੰਨ ਦੀ ਲੁਕਾਵੇ ਤੂੰ ਹੀ ਦੱਸ ਮਾਏ ਕਿਵੇਂ ਸੁਰਖੀ ਸਜਾਵਾਂ ਰੰਗ ਲੈ ਗਿਆ ਯਾਰ ਕਿਤੇ ਨਜ਼ਰ ਨਾ ਆਵੇ क्या बात है ਮਾਰਾ ਹੌਂਕੇ ਰੋ ਰੋ ਮੈਂ ਤਾਂ ਬਿਰਹੋ ਦੇ ਮਾਰੇ ਵੇਖ ਕਿੰਨਾ ਜ਼ਾਲਿਮ ਉਹਨੂੰ ਤਰਸ ਨਾ ਆਵੇ ਮਾਰਾ ਹੌਂਕੇ ਰੋ ਰੋ ਬਿਰਹੋ ਦੇ ਮਾਰੇ ਵੇਖ ਕਿੰਨਾ ਜ਼ਾਲਿਮ ਉਹਨੂੰ ਤਰਸ ਨਾ ਆਵੇ आय हाय ਖੋਲ ਦੇਣੀ ਬੂਹਾ ਉਹਦਾ ਰਾਹ ਮੈਂ ਉਡੀਕਾਂ ਖਰੇ ਮੇਰੀ ਪੀੜ ਵੇਖ ਉਹਨੂੰ ਤਰਸ ਆ ਜਾਵੇ क्या बात है क्या बात ਅੱਖਾਂ ਸੁੱਕ ਗਈਆਂ ਬਸ ਰੂਹ ਰੋਈ ਜਾਵੇ ਤਰਲੇ ਮੈਂ ਪਾਵਾਂ ਮੇਰੇ ਕੋਲ ਆ ਜਾਵੇ ਉਹਨੇ ਵਾਦਾ ਕੀਤਾ ਸੀ ਵੰਗਾ ਪਵਾਏਗਾ उसने उन्हें ਉਹਨੇ ਵਾਦਾ ਕੀਤਾ ਸੀ ਵੰਗਾ ਪਵਾਏਗਾ ਬਸ ਇੱਕ ਵਾਰੀ ਉਹ ਆਪਣਾ ਇਕਰਾਰ ਪੁਗਾਵੇ आय हाय आय हाय
ऐसी की कमली होई कि संग भी ना आवे, ऐसी भी कमली हुई। कि संग भी ना आवे, दिल मेरा धड़कन मेरी गीत किसे होर दे गावे। क्या बात है। ओहो, ऐसी की कमली होई कि संग भी ना आवे, दिल मेरा धड़कन मेरी गीत किसे होर दे गावे। अखरां च पिरो के डोला काली स्याही, खौरे किसे दिन ओ बन के किताब बैठे मेरे सामने, खरे किसे दिन ओ बन के किताब बैठे मेरे सामने। बहुत बढ़िया, बहुत बहुत वेरी ब्यूटीफुल, थैंक यू। मैं सोच रही क्या कितना चल रहा है। मतलब हुण ਇਹਦਾ ਇਹ नहीं है कि दिल ही टूटा हुआ है, लाइक इट्स एन इमोशन। हाँ हाँ, एक ऐसा बिलवड जो चला गया दूर। नहीं, बहुत बढ़िया। आगे आगे। जैसे अभी इन्होंने कहा ना कि कौशिकी ने कि इमोशंस बदलते हैं, हाँ जी। है ना। सेम इंसान आज पेन महसूस कर रहा है सेम इंसान के साथ, लेकिन कुछ देर में जब वो अलग मोड में होता है तो वो कभी कभी बहुत अच्छा भी फील करता बिल्कुल, है। बिल्कुल। इमेजिनेशंस की कहते हैं ना कि वो तो एक ऐसी चीज़ है कि कहीं भी ले जाए आपको, बिल्कुल। ना आप किसी भी इमोशन में कभी भी हो सकते हो। तो वही एक चीज़ है कि वो जो प्रेमिका है वो जब याद कर रही है अपने प्रेमी को, तो उसके इश्क को याद कर रही है, बिल्कुल। है ना। तो वो अच्छे वाले मूड में है, अच्छे इमोशन में है, तो वो इसके इश्क को बयां कर रही है। तो इसका नाम इश्क ही है, ये जो नज़्म है इसका नाम इश्क है कि इत्र की खुशबू सा एक तरह से। है तेरा इश्क, हाय महकती हूँ मैं रुमानी सा है तेरा इश्क, समंदर की लहरों सा है तेरा इश्क, बहा के संग ले जाए जादुई सा है तेरा इश्क, चांद तारों के तू ख्वाब नहीं दिखाता, चांद तारों के ख्वाब तू नहीं दिखाता, ख्याली बातों से दिल नहीं लुभाता, रोक भी ना पाए महक भी जाए, रोक भी ना पाए महक भी जाए, सिगरेट के धुएं सा है तेरा इश्क। वाह वाह। क्या मेरी रूह में रच गया है तेरा इश्क, मेरी रूह में रच गया है तेरा इश्क, मुझे खुद से आती है तेरी मुश्क, तेरे एहसास से लबरेज हूँ मैं, तेरे एहसास से लबरेज हूँ मैं, फरिश्ते की परछाई सा है तेरा इश्क, मेरे कानों में गूंजता है, मेरे कानों में गूंजता है, मेरी आंखों में चमकता है, मुझ पर बेहद फबता है, चांदी की झांझर सा है तेरा इश्क। वाह वाह वाह, क्या बात। क्या ही बात, इट्स सो ब्यूटीफुल। कितना में आप लगे चीज़ों को लिखा जा रहा है। मैंने तो सिर्फ टॉपिक ही दे रहा हूँ। शब्द आप भी कुछ सुनाओ, आपने भी इतना कुछ लिखा है। एक वही है मेरी पोइट्री। ओ वाले सुना दो, हवा भी चलेगी। कहता हवा भी चलेगी जिस दिन वो आवेगी, हवा भी चलेगी जिस दिन वो आवेगी, अपने मुंहों मेरा नाम पुकारेगी, हवा भी चलेगी जिस दिन वो आवेगी, हवा भी चलेगी जिस दिन वो आवेगी, अपने मुंहों मेरा नाम पुकारेगी, छोटे छोटे कदम जो बेड़े आवेगी, शांत पियां प्यार दिया लहरा और छा जाएगी, वाह, हवा भी चलेगी जिस दिन वो आवेगी, अपने मुंहों मेरा नाम पुकारेगी। क्या वाह, बात, वाह। क्या बात। आई फिर हो। हवा नहीं चली ना तो लग पाया जिसमें। उनकी अच्छा, इट्स माय टर्न नाउ। हाँ। ओके, ये थोड़ी हिंदी उर्दू चलो मिक्स है। एक हाँ पहले तुम सुनाओ फिर एक ट्विस्ट है थोड़े दोनों ने। ठीक है, ओके। ये थोड़ी लंबी रहेगी, चलो नहीं सुनाओ आप। तो अर्ज किया है इरशाद इरशाद कि तुझको एक राज बताना है मैंने, एक बात से पर्दा हटाना है मैंने, मुकम्मल इश्क में जो वादा अधूरा रहा, वो अधूरा वादा निभाना है मैंने, क्या वाह वाह, मोहब्बत का इकरार किया था, झिलमिल सितारों सा प्यार किया था, हमेशा दागदार दिखा वो पूरा चांद, अब अधूरा चांद दिखाना है मैंने, क्या तुझको एक राज बताना है मैंने, क्या बात। सजा के पन्ने इस दिल के मेरे, एक लिखी थी गज़ल तसव्वुर में तेरे, अब उस टूटी कलम के इश्क को मुस्कुराते दर्द से गाना है मैंने, क्या मांगी मुराद तब खुदा के दर से, मांगी मुराद तब खुदा के दर से, जब रोए थे हम तुझे खोने के डर से, बड़ी मशक्क़त के बाद तुझे पा ही लिया था, बड़ी मशक्क़त के बाद तुझे पा ही लिया था, खोल कर हथेलियाँ अब गंवाना है मैंने,
क्या हाँ, तुझको एक राज बताना है मैंने, एक बात से पर्दा हटाना है मैंने। बहुत बढ़िया। फजीलत मेरी अब खाक से है, राब्ता इश्क की राख से है। ओढ़ रखी है शांत पोशाक, ओढ़ रखी है ये शांत पोशाक, अपना जनाजा भी खुद उठाना है मैंने। हो क्या बात है। लौटा रही हूँ यादें तुम्हारी, दोहरा रही हूँ बातें तुम्हारी, किरदार बेवफा का निभा रही हूँ, माफ करना सीखा तुम्ही से ये बहाना है मैंने। बहुत बढ़िया। एक दिन हुजूम होगा मेरे इस मरे जिस्म को देखने को, एक दिन हुजूम होगा इस मरे जिस्म को देखने को, तब आसान होगा मेरे नाम याद रखने को। हर दिन कब्र पर भीड़ होगी, किसने कहा बाद मौत के तन्हा रह जाना है मैंने। ओ है क्या बात। तुम भी फूल मेरी कब्र पर रखने आना, अपनी जीत का मज़ा भी चखने आना। तुम भी फूल मेरी कब्र पर रखने आना, अपनी जीत का मज़ा भी चखने आना। इस शहर के शोर से जब दूर मैं सो जाऊंगी, उस सन्नाटे में तुझे तड़पाना है मैंने। तुझको एक राज बताना है मैंने। बहुत बढ़िया। मौत तो हसीन है, जिंदगी कम ज़र्फ निकली, जहाँ गर्माहट होनी थी वहाँ मिजाजे बर्फ रही। चाहत तो थी कि एक हसीन हकीकत बनूं, चाहत तो थी कि एक हसीन हकीकत बनूं, क्या बात है। पर अब बनना उदास अफसाना है मैंने। हाँ, तुझको एक राज बताना है मैंने, एक बात से पर्दा हटाना है मैंने। बहुत खूब, बहुत खूब, बहुत शुक्रिया। चलो एक दोनों की ट्विस्ट है, अपनी अपनी शायरी लगो, छोटी होवे एक दूजे ने दोनों की शायरी होगी। चलो एक आप ट्विस्ट दिता सीगा खुशकी ते नीरू शर्मा मैम ने, नीरू अत्री सॉरी सो हम ट्विस्ट दी ए सीगा कि कोशकी जी ने नीरू जी दी मैं पढ़नी पोइट्री ते नीरू जी ने कोशकी जी दी पोइट्री पढ़नी। सो आप शुरुआत पहला नीरू मैम तो करते हैं। ठीक है। बड़ी सुंदर सा कुछ लग रहा है, इसको पढ़ती हूँ। मेरी कहानी के किरदार अब मैं खुद चुनूंगी, जो मुझे अच्छा लगे बस वही ख्वाब बुनूंगी। जिस बात से मुझे सुकून मिले अब वही बात सुनूंगी। बदली नहीं मैं ना अड़ियलपन सीखा, खुद से इश्क जताने लगी हूँ। मैं कितनी प्यारी हूँ ये बात खुद को बताने लगी हूँ। अब जैसे मैं चाहूँ वैसे ही रहूँगी। अब जैसे मैं चाहूँ वैसे ही रहूँगी। जब जितना मन करेगा मैं तो वैसे सजूंगी। अपनी खुशियाँ अब मैं खुद चुनूंगी। अपनी खुशियाँ अब मैं खुद चुनूंगी। बहुत सुंदर आया सुन के जब साडी कोई पोइट्री पढ़दा मजा आंदा ना, वही चीज आ। नहीं, ये भी हो सकता है कि उल्टा हो, उनको लगे मैं तो इतना अच्छे से पढ़ती थी, इन्होंने नहीं मेरे उसका क्या कर दिया। ऐसा पता नहीं ਹੁੰਦਾ ਇੱਕ ਉਹਨਾਂ ਨੇ ਆਪਣੇ ਹੋਰ ਤਰੀਕੇ ਨਾਲ ਲਿਖੀ ਹੋਈ, ਤੁਸੀਂ ਕਿਸੇ ਹੋਰ ਤਰੀਕੇ ਨਾਲ ਉਹ ਵੀ ਚੀਜ਼ਾਂ ਨੇ ਕਿ ਆ ਵੀ ਤਰੀਕਾ ਹੋ ਸਕਦਾ। चलो अब हम सुनाते हैं। नई शुरुआत चलो हम यूं करते हैं, कुछ पुराना भूल कर कुछ नई रचना करते हैं। क्या कुछ खट्टी यादें भूल कर कुछ मीठी आस रखते हैं। पुराने साल का तजुर्बा नए साल का एहसास रखते हैं। आसमान ना भी छू पाए तो क्या, एक उड़ान भरने का हौसला रखते हैं। क्या रुकने की फितरत नहीं, चलने का जज्बा साथ रखते हैं। चुनौतियाँ आएंगी डगर में बहुत, उन्हें झेलने की कुव्वत रखते हैं। इबारत लिखनी है कामयाबी की, कि इबारत लिखनी है कामयाबी की। आओ नए साल में बुनियाद रखते हैं। क्या आओ नए साल में बुनियाद रखते हैं। थैंक I यू। hope सही से बोली मैंने। नहीं, बहुत बढ़िया। हम ਤੁਸੀਂ ਇੰਸਟੈਂਟ ਕੁਝ ਲਿਖਣਾ ਤੇ ਉਹ ਬੋਲਣਾ ਹੈ। लिखना कितने है, कुछ है नहीं। ਹਾਂ ਤਾਂ ਸੁਣ ਇਸ ਚੀਜ਼ ਤੇ अच्छा ਹਾਂ ਇਸ ਚੀਜ਼ ਤੇ ਇੰਸਟੈਂਟ ਕੁਝ ਲਿਖਣਾ ਹੈ ਕਿਉਂਕਿ ਇਸ ਤੇ ਇੱਕ ਮੈਂ ਹੋਰ ਸੀਗਾ ਕਿ ਕਿਉਂਕਿ ਸਾਨੂੰ ਕਈ ਵੇਲੇ ਨਾ ਜਿਸ ਤਰ੍ਹਾਂ ਆਫਰ ਵਗੈਰਾ ਕੁਝ ਆ ਜਾਏ ਇਨ ਫਿਊਚਰ ਹੁੰਦਾ ਹੈ ਉਹ ਚੀਜ਼ਾਂ ਸਾਨੂੰ ਕਿਹਾ ਜਾਂਦਾ ਕਿ ਜਦ ਤੂੰ ਆਹ ਚੀਜ਼ ਤੇ ਬੋਲਣਾ ਹੈ ਜਾਂ ਆਹ ਚੀਜ਼ ਤੇ ਤੁਸੀਂ ਕਰਨਾ ਹੈ ਸਾਨੂੰ ਉੱਥੇ ਕਈ ਵੇਲੇ ਇੰਸਟੈਂਟ ਲਿਖਣਾ ਪੈਂਦਾ ਉਸ ਨਾਲ ਕੀ ਹੁੰਦਾ ਸਾਡੀ ਇੱਕ ਤਾਂ ਸਕਿੱਲ ਹੁੰਦੀ ਹੈ ਠੀਕ ਹੈ ਅਸੀਂ ਕੀ ਲਿਖ ਸਕਦੇ ਆਪਣਾ ਟਾਈਮ ਕਿੱਦਾਂ ਹੋ ਸਕਦਾ ਅਸੀਂ ਇੱਕ ਸਕਿੱਲ ਵੀ ਬਣਾਉਣੀ ਹੈ ਤੇ ਉਹ ਚੀਜ਼ ਅਗਰ ਸਾਨੂੰ ਅੱਗੇ ਇਨ ਫਰੰਟ ਨੂੰ ਕੋਈ ਕਹੇ ਯਾਰ ਮੈਨੂੰ ਹੁਣ ਦੇ ਹੁਣ ਚਾਹੀਦਾ 5 ਮਿੰਟ ਦੇ ਅੰਦਰ ਤੁਸੀਂ ਝੱਟ ਨਾਲ ਲਿਖ ਕੇ ਦੇ ਸਕਦੇ ਹੋ ਇਹਦੇ ਨਾਲ ਜਿਹੜੀ ਸਾਡੀ ਵੈਲਿਊ ਤੇ ਹੋਰ ਵਧੀ ਹੋ ਸਕਦੀ ਹੈ ਕਿਉਂਕਿ ਇਹ ਚੀਜ਼ ਮੈਂ ਖੁਦ ਟਰਾਈ ਕਰਦਾ ਕਿਉਂਕਿ ਜਿੰਨੇ ਵੀ ਓਪਨ ਮਾਈਕਸ ਹੁੰਦੇ ਨੇ ਆਪਣੇ ਟ੍ਰੈਜਰ ਅਵਾਰਡਸ ਦੇ ਹੋ ਗਏ ਨੇ
क्योंकि ओपन माइक इन्ना बिजी होने करके मैं तो लिखा नहीं जाता, तो मैं की करता सेम डे ओपन माइक 'ਚ बैठ के लिखता हूँ सारी चीज़ां जो भी पोइट्री वगैरह आती है। अगर नहीं लिखा जाए तो वो अलग गल, बट मैं अगर 3 घंटे 2 घंटे जो चीज़ पूरी करनी है। तो हुण तुसीं कुछ लिखना है, 2 लाइनां लिखो 4 लाइनां लिखो तो फिर बोलना ठीक है। इस टाइम बस ये है कि जो पहले लिखा वो नहीं लिखना, नवा लिखना। चले रहे नहीं डायरी दे ऐसे रख लो ना, अंदर रख लो इन्हों पेज, इन्हों अंदर रख लो ना। हाँ रख लो। पेन अटक रहा है ना। कापी दे मुझे। थैंक यू। ज़्यादा करके ना कहता है। अच्छा ये तो फिर नीचे टाइम भी देता हुआ लगता है। टाइम भी है। कितना टाइम? बस 1 मिनट अच्छा भी है, कोई ट्विस्ट रखना है तो थोड़ा डन। पता नहीं मैं क्या लिख दिया है, क्या लिखा है पता नहीं। यही चीज़ आप चेक कर लेना कि सानू कितना कर सकते ये चीज़ ट्राई करनी है पर रोज़ ना एक ਜਦੋਂ ਵੀ ਤੁਸੀਂ ਲਿਖਦੇ ਹੋ ਨਾ ਕਦੇ ਕੁਝ ਹੁੰਦਾ ਇੰਸਟੈਂਟ ਕੁਝ ਨਾ ਕੁਝ ਲਿਖਿਆ ਕਰੋ ਬੈਠ ਕੇ ਐਵੇਂ ਕੁਝ ਨਹੀਂ ਪਤਾ ਕੀ ਹੋਗਾ ਉਸ ਨਾਲ ਆਪਣੇ ਆਪ ਚ ਅਸੀਂ ਉਹ ਪਰਫੈਕਟ ਹੁੰਦੇ ਜਾਵਾਂਗੇ। ਇਹ ਐਕਚੁਅਲੀ ਨਾ ਇੱਕ ਐਸਐਸਬੀ ਦੇਣ ਚਾਹੋ ਨਾ ਉੱਤੇ ਇੱਕ ਸਾਈਕੋਲੋਜੀਕਲ ਹਾਂ। ਟੈਸਟ ਵੀ ਹੁੰਦਾ ਹੈ, ਉਹ ਇੱਕ ਵਰਡ ਦੇ ਦਿੰਦੇ ਉੱਤੇ ਲਿਖੋ ਸਾਰਾ। ਹਾਂ, ਮੈਨੂੰ ਯਾਦ ਆ ਗਿਆ ਮੈਂਟਲ ਐਕਸਰਸਾਈਜ਼। क्योंकि ये अगर एक ना अपना माइंड कितना तेज काम कर सकता है उस चीज हाँ नाले उस टाइम पे ਤੁਹਾਡੀ थॉट प्रोसेस हाँ। क्या है। हाँ नहीं वो सही चीज़ है देखनी है। सही है सही है। मैं पता नहीं क्या ही लिखता। बोले चलो पहला उन्होंने लिखा इसलिए होना तो नहीं पहले मैं नहीं नहीं प्लीज 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 आप बोलो। ओके। तेरी मंजिल तुझे मुबारक, मेरा रास्ता कुछ और है। क्या बात कि तेरी मंजिल तुझे मुबारक, मेरा रास्ता कुछ और है। वक्त बेशक आज मेरा नहीं, लाजवाब आने वाला अब दौर है। ओहो बात है। क्या बात है, बहुत बढ़िया रिपीट हो जाए। बहुत बढ़िया। तेरी मंजिल तुझे मुबारक, मेरा रास्ता कुछ और है। वक्त बेशक आज मेरा नहीं, लाजवाब आने वाला अब दौर है। क्या वही है ना कि इंस्टेंट कितनी भी चीज बहुत सुंदर, वेरी गुड। मुझे इतनी जल्दी लिखने की आदत नहीं है। पर ठीक है, जो लिखा है कि तकलीफ तो तब होती है जब तुम चले जाया करते हो। तकलीफ तो तब होती है जब तुम चले जाया करते हो, बेमौसम सूखे दरख्तों को पानी दिया करते हो। क्या क्या वाह। फिर एक पर रिपीट हो जाए। तकलीफ तो तब होती है जब तुम चले जाया करते हो,
यूँ लगता है बेमौसम सूखे दरख्तों को पानी दिया करते हो। ये रील कट हो गई पोइट्री कंपटीशन होनी चाहिए कि नहीं होनी चाहिए? मेरे हिसाब से तो बिल्कुल नहीं होनी चाहिए, सेम नहीं होना चाहिए। क्योंकि क्या होता है ना कि चलो जो तो लिखते आ रहे हैं, जो सीजन आर्टिस्ट हैं ना, उनको तो बहुत सारे प्लेटफॉर्म ऐसे मिल जाएंगे जहाँ पे वो अपनी चीज़ को परफॉर्म कर सकते हैं। लेकिन जो नए लोग हैं, जो बिगनर्स हैं, जो नया नया लिखना शुरू कर रहे हैं, उनको ऑलरेडी मन में बड़ी हेजिटेशन है। उनको आप अगर ये कंपटीशन में डाल दोगे तो वो बिल्कुल लिखना बंद कर देंगे, उनकी हिम्मत ही नहीं होगी, क्योंकि कंपटीशन इंसान को रिस्ट्रिक्ट करता है ना। तो मुझे लगता है ये तो एक आर्ट फॉर्म है, आर्ट फॉर्म को तो आपको हमेशा फ्री छोड़ना चाहिए, ताकि हर तरह का इंसान आके परफॉर्म कर सके, कह सके, लिख सके। सो मेरे हिसाब से तो कभी भी ये कंपटीशन तो नहीं होना चाहिए, है ना। और दूसरा चीज़ जो मैं देखती हूँ कई जगह, मतलब अगेन कि अलग अलग प्लेटफॉर्म्स होते हैं। हमने कहा कि जो है आर्टिस्ट हैं, जो मंझे हुए शायर हैं, मंझे हुए कलाकार हैं, उनके लिए ठीक है, उस तरह के उनके बराबर के लोग हैं, वहाँ पर वो चलता है कि आपको फर्स्ट प्राइज़ दे दिया, आपको मेडल दे दिया, आपको एक्नॉलेज कर दिया। बट जहाँ मिक्स्ड है, वहाँ पर अगर आप बेस्ट मेडल्स प्राइज वो देने का करोगे तो मुझे लगता है ये फिर एक आम भीड़ की तरह ही आपने बना दिया उसको, है ना। तो वो मेरे हिसाब से बिल्कुल भी सही चीज़ है नहीं। आई थिंक एब्सोल्यूटली सारिਆਂ ਦਾ ਰਾਈਟਿੰਗ ਸਟਾਈਲ ਡਿਫਰੈਂਟ ਹੈ, ਠੀਕ ਹੈ। ਐਂਡ ਯੂ ਕੈਨ ਨਾਟ ਡਿਫਾਈਨ ਕਿ ਕਿਸਨੇ ਕਿਹੜਾ ਰਾਈਟਿੰਗ ਸਟਾਈਲ ਬਹੁਤ ਵਧੀਆ ਕੀਤਾ, ਕਿਹੜਾ ਨਹੀਂ। ਕੋਈ ਸੈਡ पोइट्री लिखेगा, कोई इश्क ते लिखता है, इश्क ते भी कितनी वैरायटी है। हाउ कैन यू जज समवन, लाइक आई डोंट नो दिस थिंग कि तुसी जज कर ही कितना सकते हो, तुसी कितना फर्स्ट सैकेंड कर सकते हो या कंपटीशन। आई डोंट थिंक सो, क्योंकि जिन्हां नूं तां तुसी दे ते ठीक है, जिन्हां नूं नहीं मिले दे विल थिंक कि यार साडे च कोई कमी है, असीं अच्छे तरीके नाल नहीं कीता। जो कंपटीशन करना ही है ना, रेसिटेशन दा कर लो, कि एक सिमिलर टॉपिक दिता जाए कि हाँ इस टॉपिक तो तुसी रिसाइट करो, तो रेसिटेशन वो कंपटीशन च लिया जा सकता है कि कौन किस तरीके नाल बोल रहा है। बट किसी ने अपने इमोशंस तुहानू सुनाए है एंड तुसी उस फर्स्ट सेकंड निकाल रहे हो, आई थिंक दैट्स नॉट फेयर। नहीं, बिल्कुल सही बात है। और मतलब एक चीज़ और होती है, इमोशंस ना कभी भी राइट रॉन्ग नहीं होते। ट्रू, इमोशन इज इमोशन, बिल्कुल, एंड वी शुड रिस्पेक्ट इट। अगर आप वो लेबल करते हो ना फर्स्ट सेकंड, तो आप कहीं ना कहीं हम डिसरिस्पेक्ट कर रहे हैं उन इमोशंस को। बिल्कुल, आई थिंक आर्टिस्ट को ये चीज़ सूट नहीं करती। किसी को भी पसंद, किसी भी आर्टिस्ट से आप पूछ लोगे ना तो उसको यही होगा कि वी डोंट लाइक सच कंपटीशन। हाँ, क्योंकि मैंने इस बात ਨੂੰ ਤਾਂ ਪੁੱਛਿਆ क्योंकि मैं 2-3 ओपन माइक्स गए ਸੀਗੇ, ਉਹ ਕਹਿੰਦੇ ਆਪਾਂ ਕੰਪੀਟੀਸ਼ਨ ਰੱਖਾਂਗੇ। ਮੈਂ ਉਹਨਾਂ ਨੂੰ ਮੈਂ ਚਲੋ ਪੁੱਛਿਆ ਤਾਂ ਨਹੀਂ ਹੈ, ਬਟ ਮੈਂ ਇੱਕ ਚੀਜ਼ ਹਮੇਸ਼ਾ ਇਹੀ ਸੋਚਦਾ था, ਮੈਂ ਕਿਹਾ ਯਾਰ ਹੁਣ ਮੰਨ ਕੇ ਚੱਲੋ ਤੁਸੀਂ ਦੋਨੇ ਆਲਰੇਡੀ ਉਸ ਚੀਜ਼ 'ਚ ਹੈਗੇ, ਮੈਂ ਨਵਾਂ ਆ ਰਿਹਾ, ਠੀਕ ਹੈ, ਮੈਂ ਆਪਣੇ ਤੇ ਗੱਲ ਲੈ ਕੇ ਚੱਲਦਾ। ਤੁਸੀਂ ਆਲਰੇਡੀ ਬਹੁਤ ਸਾਰੇ ਓਪਨ ਮਾਈਕ ਜੁਆਇਨ ਕਰ ਚੁੱਕੇ ਹੋ। ਮੇਰਾ ਪਹਿਲਾ ਓਪਨ ਮਾਈਕ ਹੈ, ਪਹਿਲੀ ਵਾਰ ਕਿਸੇ ਅੱਗੇ ਨਾ ਬੋਲਣਾ, ਹੈਸੀਟੇਸ਼ਨ ਹੋਏਗੀ, ਸੈਲਫ ਕੌਨਫੀਡੈਂਸ ਨਹੀਂ ਹੈ ਮੇਰੇ 'ਚ। ਥਰਡ ਇਹ ਹੈ ਕਿ ਮੈਂ ਆਪਣੀ ਪੋਇਟਰੀ ਨੂੰ ਪਰਫਾਰਮ ਕਿਵੇਂ ਕਰਾਂ, ਕਿਉਂਕਿ ਮੈਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ, ਠੀਕ ਹੈ। ਹੁਣ ਤੁਸੀਂ ਪਰਫਾਰਮ ਕਰ ਚੁੱਕੇ ਹੋ, ਮੈਂ ਦੇਖਾਂਗਾ ਯਾਰ ਉਹ ਕਿੰਨੇ ਵਧੀਆ ਬੋਲੇ, ਯਾਰ ਮੈਂ ਕਿੱਦਾਂ ਬੋਲੂੰਗਾ, ਠੀਕ ਹੈ। ਉਹ ਚੀਜ਼ ਰਹੇਗੀ ਕਿ ਜਦੋਂ ਵਾਰੀ ਆਏਗੀ, ਮੇਰੀ ਟਰਨ ਆਏਗੀ, ਮੈਂ ਬੋਲ ਕੇ ਆ ਜਾਵਾਂਗਾ, ਬਟ ਦਿਮਾਗ 'ਚ ਇਹ ਰਹੇਗਾ ਯਾਰ ਉਹ ਨਾਮ ਉਹਨੂੰ ਚੱਲੇਗਾ। ਪਹਿਲਾਂ ਇਹ ਕਿ ਬਦਲੇ ਦੀ ਭਾਵਨਾ ਆ ਗਈ ਇੱਥੇ। ਦੂਜਾ ਇਹ ਚੀਜ਼ਾਂ ਨੂੰ ਇਹ ਲੱਗੇ ਕਿ ਕਿਆ ਯਾਰ ਜਦੋਂ ਤੁਸੀਂ ਗੱਲ ਕਹੀ ਹੈ ਕਿ ਮੇਰੇ 'ਚ ਕੀ ਕਮੀ ਹੈ, ਉਹਨੂੰ ਇਹ ਲੱਗੇ ਕਿ ਯਾਰ ਮੈਂ ਸਿਰਫ ਕੰਪੀਟੀਸ਼ਨ ਨਹੀਂ ਬਣਿਆ, ਕਿ ਸਿਰਫ ਮੈਂ ਕਿਆ ਕਹਿੰਦੇ ਆ ਕਿ ਮੈਂ ਇਹਨਾਂ ਤੋਂ ਘੱਟ ਲਿਖਦਾ ਜਾਂ ਕੁਛ ਵੀ ਹੈ ਕਿ ਮੈਂ ਇਹਨਾਂ ਤੋਂ ਘੱਟ ਆ, ਠੀਕ। ਇਹ ਬਦਲੇ ਦੀ ਭਾਵਨਾ ਰਹਿ ਜਾਏਗੀ ਤੇ ਉਹ ਚੰਗੀ ਤਰ੍ਹਾਂ ਜੋ ਉਹਦੀ ਫੀਲਿੰਗਸ ਆ ਐਕਸਪ੍ਰੈਸ ਹੀ ਨਹੀਂ ਕਰ ਪਾਏਗਾ ਕਿਸੇ ਜਗ੍ਹਾ, ਠੀਕ ਹੈ। ਫਿਰ ਇਸ 'ਚ ਇੱਕ ਚੀਜ਼ ਹੋਰ ਵੀ ਆਉਂਦੀ ਹੈ। ਹੁਣ ਮੇਰੇ ਨਾਲ ਇਹ ਸੀਨ ਹੋਇਆ ਸੀਗਾ ਕਿ ਇੱਕ ਓਪਨ ਮਾਈਕ 'ਚ ਗਿਆ ਸੀਗਾ ਤੇ ਉੱਥੇ ਕੰਪੀਟੀਸ਼ਨ ਅੱਗੇ ਚੱਲ ਰਿਹਾ ਸੀਗਾ ਕੁਛ। ਮੈਂ ਆਪਣੀ ਪੋਇਟਰੀ ਸੁਣਾ ਕੇ ਆ ਗਿਆ, ਮੈਨੂੰ ਤਾਂ ਹੈ ਨਹੀਂ, ਮੈਨੂੰ ਇਹ ਹੈ ਕਿ ਜੋ ਮੈਂ ਸੋਸ਼ਲ ਇਸ਼ੂ ਦੇ ਕੋਲ ਮੈਂ ਬੋਲ ਕੇ ਆਵਾਂਗਾ ਜਿਹੜਾ ਮਰਜ਼ੀ ਹੋਵੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਭਾਈ ਤੂੰ ਸੋਸ਼ਲ ਇਸ਼ੂ ਤੇ ਨਹੀਂ ਬੋਲਣਾ। ਬਹੁਤ ਬੜਾ ਓਪਨ ਮਾਈਕ ਸੀਗਾ ਸਵੇਰੇ ਦਾ। ਤੇ ਫਿਰ ਉਸ ਵੇਲੇ ਮੇਰਾ ਹੈਵੀ ਫਾਸਟ ਸੀਗਾ ਤੇ ਮੈਂ ਬੋਲ ਰਿਹਾ, ਕਹਿੰਦਾ ਨਹੀਂ ਤੂੰ ਗਲਤ ਬੋਲ ਰਿਹਾ, ਤੂੰ ਇਹ ਚੀਜ਼ ਬੋਲਣੀ ਨਹੀਂ ਹੈ, ਇੱਦਾਂ ਰੋਕ ਰਿਹਾ। ਜਦ ਤੁਸੀਂ ਓਪਨ ਮਾਈਕ ਕਰਵਾਏ ਰਹੇ ਹੋ, ਠੀਕ ਹੈ, ਇੱਕ ਤਾਂ ਤੁਸੀਂ ਉਹ 'ਚ ਕਹਿ ਤਾ ਕਿ ਕੰਪੀਟੀਸ਼ਨ ਹੋ ਗਿਆ, ਸੈਕਿੰਡ ਤੁਸੀਂ ਉਹ ਬੰਦੇ ਨੂੰ ਕਹਿ ਰਹੇ ਤੂੰ ਆਹ ਚੀਜ਼ ਤੇ ਨਹੀਂ ਬੋਲਣਾ, ਫਿਰ ਓਪਨ ਮਾਈਕ ਕਰਨ ਦਾ ਕੀ ਫਾਇਦਾ। ਓਪਨ ਮਾਈਕ ਤੁਸੀਂ ਕੁਛ ਵੀ ਆ ਕੇ ਇੱਥੇ ਬੋਲ ਸਕਦੇ ਹੋ, ਠੀਕ ਹੈ, ਕਿਉਂਕਿ ਸਾਨੂੰ ਅਗਰ ਪਰਮਾਤਮਾ ਨੇ ਕਰਮ ਦਿੱਤੀ ਹੈ ਤਾਂ ਅਸੀਂ ਆਪਣੇ ਤਰੀਕੇ ਰਾਹੀਂ ਦੁਨੀਆ ਨੂੰ ਕਿਵੇਂ ਸੁਧਾਰ ਸਕਦੇ ਹਾਂ। ਹਰ ਇੱਕ ਦਾ ਅਲੱਗ ਤਰੀਕਾ ਹੁੰਦਾ ਹੈ। ਕੋਈ ਇਸ਼ਕ 'ਚ ਪਰਮਾਤਮਾ ਦੀ ਗੱਲ ਕਰਦਾ ਹੈ, ਠੀਕ ਹੈ,
ਹੁਣ ਤੁਸੀਂ ਦੋਨੇ ਥੋੜਾ ਆਪਣਾ ਅਲੱਗ-ਅਲੱਗ ਜੋਨਰ ਹੈ। ਹੁਣ ਮੈਂ ਇਹ ਨਹੀਂ ਕਹਿ ਸਕਦਾ, ਮੈਂ ਥੋੜਾ ਗੁਲਜ਼ਾਰ ਸਾਹਿਬ ਹੈ ਕਿ ਹਾਂ ਯਾਰ ਤੂੰ ਫਸਟ ਹੈ ਤੂੰ ਸੈਕੰਡ ਹੈ, ਇੱਥੇ ਕਿਹੜੇ ਆ। ਇਹ ਚੀਜ਼ ਹੈ ਕਿ ਇਹਨਾਂ ਨੂੰ ਕੰਪੀਟੀਸ਼ਨ ਕਰਵਾਉਣ ਦੀ ਕੀ ਲੋੜ ਹੈ, ਤੁਸੀਂ ਓਪਨ ਮਾਈਕ ਕਰਵਾ ਰਹੇ, ਕਰਵਾਓ ਵਧੀਆ ਤਰੀਕੇ ਨਾਲ, ਬਟ ਇਹ ਨਾ ਜੱਜ ਕਰੋ ਯਾਰ ਉਹਨੂੰ ਆਪਾਂ ਟਰੋਫੀ ਦੇਵਾਂਗੇ, ਉਹਨੂੰ ਟਰੋਫੀ ਦੇਵਾਂਗੇ, ਉਹ ਚੀਜ਼ਾਂ ਬੇਕਾਰ ਚੱਲਦੀਆਂ। ਆਈ ਥਿੰਕ ਓਪਨ ਮਾਈਕ ਤੇ ਕੰਪੀਟੀਸ਼ਨਸ ਦੇ ਬੋਥ ਆਰ ਡਿਫਰੈਂਟ। ਜੋ ਸੁਸਾਇਟੀਜ਼ ਜੋ ਹੈਗੀਆਂ ਨਾ, ਜੋ ਕੰਪੀਟੀਸ਼ਨ ਕਰਵਾਉਂਦੀਆਂ ਨੇ, ਉਹਨਾਂ ਦਾ ਇੱਕ ਅਲੱਗ ਮੋਟਿਵ ਹੋਏਗਾ, ਤੁਹਾਨੂੰ ਟੌਪਿਕ ਦੇਣਗੇ ਕਿ ਤੁਸੀਂ ਇਸ ਟੌਪਿਕ ਤੇ ਆ ਕੇ ਇੱਥੇ ਬੋਲੋ, ਜਿੰਨੇ ਵਧੀਆ ਇਸ ਟੌਪਿਕ ਤੇ ਬੋਲਤਾ ਉਹ ਡਿਜ਼ਰਵ, ਠੀਕ ਹੈ, ਉਹ ਫੇਅਰ ਹੈ। ਬਟ ਆਈ ਥਿੰਕ ਓਪਨ ਮਾਈਕਸ ਆਰ ਫॉर ਸੱਚ ਪੀਪਲ ਜਿਹੜੇ ਪੂਰੀ ਆਪਣੀ ਪੂਰਾ ਹਫਤਾ ਜਾਂ ਪੂਰਾ ਮਹੀਨਾ ਇੱਕ ਸਟ੍ਰੈਸਫੁਲ ਲਾਈਫ ਜੀਂਦੇ ਆ, ਉਹਨਾਂ ਨੂੰ ਇੱਕ ਜਗ੍ਹਾ ਮਿਲਦੀ ਹੈ ਕਿ ਜਿੱਥੇ ਇੱਕ ਐਸੀ ਕਮਿਊਨਿਟੀ ਹੈ ਜੋ ਜੱਜ ਨਹੀਂ ਕਰ ਰਹੀ। ਅਸੀਂ ਕਿਉਂ ਜਾ ਰਹੇ ਹਾਂ ਕਿ ਸਾਨੂੰ ਲੋਕੀ ਜੱਜ ਨਹੀਂ ਕਰ ਰਹੇ, ਉੱਥੇ ਜਾ ਕੇ ਵੀ ਜੇ ਜਜਮੈਂਟ ਫੇਸ ਕਰਨੀ ਪੈ रही है, इट मीन्स दैट यू आर फेलिंग एज अ जो भी कम्युनिटी है या जो भी है वो अच्छी चीज़ नहीं है। वेरी ट्रू। और दूसरा चीज़ है ना, पता क्या होता है, कंपटीशन एंजाइटी देता है, बिल्कुल है ना, आप एंजॉय नहीं कर पाओगे उस चीज़ को। और मुझे लगता है कि जैसे अभी कॉम्पिटिशन्स नहीं हो रहे, जैसे आप कि हम उसमें ट्रेजर ऑफ वर्ड्स में जब हम होते हैं, सो वहाँ पर हम पूरा 100% प्रेजेंट होते हैं, क्योंकि दिमाग में कुछ भी नहीं है, है ना। जैसे आपने कहा कि एक तो फियर ऑफ जजमेंट नहीं है कि कोई हमें जज कर रहा है, कोई जज नहीं कर रहा है। दूसरा चीज़ है लेबलिंग नहीं कोई कर रहा है कि भाई ये 40 लोगों में आप 40वें नंबर पे हो, तो ये कोई लेबल नहीं कर रहा है ना। आप इसलिए पूरा 100% वहाँ पर एंजॉय करते हो उस चीज़ को, और आप अपने अंदर इतनी एनर्जी लेकर जाते हो वहाँ से, क्योंकि आर्ट फॉर्म एक ऐसी चीज़ होती है, अगर सही तरीके से सही माहौल में उसको प्रेजेंट किया जाए तो मुझे लगता है वो तो हीलिंग है। बिल्कुल बिल्कुल बिल्कुल, है ना, जो पेन है उसका हीलिंग है, और मतलब उसको, ये तो बड़ी प्योर चीज़ है ना, ऐसा प्लेटफॉर्म इट्स सच ए प्योर थिंग, तो उसको मुझे लगता है उसके पर्पस को खराब ना किया जाए। ਮੈਨੂੰ ਨਾ ਇਹ ਚੀਜ਼ ਜਾਂਦਾ, ਮੈਂ ਹੁਣ ਜਦੋਂ ਵੀ ਅਸੀਂ ਨਾ ਟ੍ਰੈਜਰ ਵਰਕਸ਼ਾਪ ਨੂੰ ਕਰਵਾਉਂਦੇ ਹਾਂ, ਮੈਂ ਤਾਂ ਹੀ ਕਹਿੰਦਾ ਕਿ ਆਪਾਂ ਸਭ ਭੈਣ ਭਰਾ ਹੈ, ਕੋਈ ਕਿਸੇ ਨੂੰ ਜੱਜ ਕਰਨ ਵਾਲਾ, ਅਗਰ ਤੁਹਾਡੇ ਤੋਂ ਗਲਤੀ ਬਣੀ ਤਾਂ ਵੀ ਕੋਈ ਚੱਕਰ ਨਹੀਂ। ਇਹੀ ਹੈ ਕਿ ਤੁਹਾਡੇ ਸਾਹਮਣੇ ਵੀ ਉਹੀ ਮੇਰੀ ਭੈਣ ਬੈਠੀ, ਮੇਰਾ ਭਰਾ ਬੈਠਾ, ਕਿਸੇ ਨਾਲ ਤੁਹਾਨੂੰ ਜੱਜ ਨਹੀਂ ਕਰਨਾ, ਤੁਸੀਂ ਆਪਣਾ ਖੁੱਲ੍ਹ ਕੇ ਬੋਲੋ। ਹੁਣ ਇੱਕ ਓਪਨ ਮਾਈਕ 'ਚ ਨਾ ਇੱਦਾਂ ਇੱਕ ਮੁੰਡਾ ਆਇਆ ਸੀਗਾ, ਕੋਈ ਹਿਚਕਿਚਾ ਕੇ ਬੋਲਦਾ ਸੀਗਾ ਵਿਚਾਰਾ ਨਾ, ਥੋੜੀ ਪ੍ਰੋਬਲਮ ਸੀ, ਤੇ ਉਹ ਮੁੰਡੇ ਦਾ ਥੋੜਾ ਜਿਹਾ ਮਜ਼ਾਕ ਬਣਾਇਆ ਗਿਆ। ਮੈਂ ਉਹ ਚੀਜ਼ਾਂ ਮੇਰੇ, ਔਰ ਮੈਂ ਟ੍ਰੈਜਰ ਆਫ ਵਰਡਸ ਜਦੋਂ ਵੀ ਓਪਨ ਮਾਈਕ ਹੋਇਆ ਤਾਂ ਮੈਂ ਹਰ ਇੱਕ ਬੰਦੇ ਨੂੰ ਕੰਟੈਕਟ ਜ਼ਰੂਰ ਕਰਦਾ ਆਫਟਰ ਓਪਨ ਮਾਈਕ, ਕਿਉਂਕਿ ਮੇਰੇ ਇਹ ਕਿ ਮੈਂ ਬੰਦੇ ਤੋਂ ਫੀਡਬੈਕ ਲਵਾਂਗਾ ਤੇ ਉਹਨੂੰ ਥੋੜਾ ਜਿਹਾ ਕੁਝ ਦੱਸਾਂਗਾ, ਆਪਣੇ ਐਕਸਪੀਰੀਅੰਸ ਜਿੰਨਾ ਵੀ ਥੋੜਾ ਬਹੁਤਾ ਹੈ, ਬੜੇ ਭਾਈ ਹੋਣ ਦੇ ਨਾਤੇ ਜਾਂ ਛੋਟਾ ਕੁਛ ਨਹੀਂ। ਕਿਉਂਕਿ ਮੇਰਾ ਇਹ ਹੁੰਦਾ ਕਿ ਕੱਲ੍ਹ ਨੂੰ ਅਗਰ ਬੰਦਾ ਓਪਨ ਮਾਈਕ ਕਰਕੇ ਗਿਆ ਨਾ, ਉਹਨੂੰ ਇਹ ਲੱਗੇ ਕਿ ਹਾਂ ਯਾਰ ਇਹ ਬੰਦਾ ਇੱਦਾਂ ਦਾ ਕਿ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ। ਮੈਂ ਮੁੰਡਾ ਸੀਗਾ, ਉਹ ਮੁੰਡੇ ਦਾ ਨਾ ਓਪਨ ਮਾਈਕ 'ਚ ਥੋੜੀ ਜਿਹੀ ਪਤਲੀ ਆਵਾਜ਼ ਸੀਗੀ, ਸਟੋਰੀ ਟੈਲਿੰਗ ਕਰ ਰਿਹਾ ਸੀਗਾ, ਥੋੜਾ ਜਿਹਾ ਅੜਦਾ ਪਿਆ ਸੀਗਾ, ਉਹਦਾ ਮਜ਼ਾਕ ਬਣਾਇਆ ਗਿਆ, ਉਹਦੀ ਮੰਮੀ ਲਾਗੇ ਬੈਠੀ ਵਿਚਾਰੀ। ਮੈਨੂੰ ਨਾ ਇੰਨਾ ਜ਼ਿਆਦਾ ਦੁੱਖ ਹੋਇਆ, कितना तकलीफ है माँ के लिए, कितनी तकलीफ है ना। ਜਨਤਾ ਪਿੱਛੇ ਹੱਸ ਰਹੀ। ਮੈਂ ਇਹ ਕਿ ਓਪਨ ਮਾਈਕ ਮੈਂ ਬੰਦੇ ਬੋਲਣ ਨਹੀਂ ਦਿੰਦਾ ਕਿਸੇ ਨੂੰ, ਆਡੀਅנס 'ਚ ਵੀ, ਤੇ ਮੈਨੂੰ ਗੁੱਸਾ ਚੜੀ ਜਾ, ਪਿੱਛੇ ਖੜੇ ਹੋਣਾ ਕਿਆ ਕਰਾਂ, ਤੇ ਉਹ ਮੁੰਡੇ ਨੂੰ ਪਤਾ ਲੱਗ ਗਿਆ ਭਾਈ, ਸੱਚੀ ਦੱਸਾਂ, ਤੇ ਮੈਂ ਮੁੰਡੇ ਨੂੰ ਫੋਨ ਕੀਤਾ, ਮੈਂ ਕਿਹਾ ਕਿਆ ਹੋਇਆ ਯਾਰ, ਤੂੰ ਬਿਲਕੁਲ ਉੱਥੇ ਚੁੱਪ ਜਾਪੋਗੇ, ਤੇ ਕੰਮ ਚਲਾ ਗਿਆ, ਮੁੰਡਾ ਚਲਾ ਗਿਆ ਸੱਚੀ। ਤੇ ਕਹਿੰਦਾ ਭਾਜੀ ਕੁਛ ਨਹੀਂ, ਮੈਂ ਤਾਂ ਸਮਝ ਗਿਆ ਸੀਗਾ, ਕਿਉਂਕਿ ਮੇਰਾ ਤਾਂ ਧਿਆਨ ਸਭ ਵੱਲ ਹੈ, ਕਿਉਂਕਿ ਅਗਰ ਸਾਡੇ ਉੱਥੇ ਆਇਆ ਕਿ ਸਭ ਦਾ ਹੀ ਓਪਨ ਮਾਈਕ ਆ, ਠੀਕ ਹੈ, ਆਪਣੇ ਘਰੇ ਆਇਆ, ਫਿਰ ਕੀਤਾ, ਮੈਂ ਕਿਹਾ ਦੇਖ ਕੁਛ ਨਹੀਂ ਸੋਚਣਾ, ਅਗਰ ਕੋਈ ਕੁਛ ਕਹਿੰਦਾ ਵੀ ਹੈ ਕੁਛ ਨਹੀਂ ਧਿਆਨ ਦੇਣਾ, ਤੇ ਇੱਕ ਚੀਜ਼ ਕਰਨੀ ਹੈ, ਜਦੋਂ ਵੀ ਮੈਂ ਤਾਂ ਆਪਣੀ ਸਟੋਰੀ ਟੈਲਿੰਗ ਕਰਨੀ, ਸਟੋਰੀ ਟੈਲਿੰਗ ਕਰਦਾ ਸੀ, ਬਹੁਤ ਵਧੀਆ ਕਰਦਾ, ਤੇ ਬਸ ਕਿੱਥੇ ਰੁਕਣਾ ਹੈ, ਕਿੱਥੇ ਤੈਂ ਆਵਾਜ਼ ਨਹੀਂ, ਬਸ ਉਹ ਚੀਜ਼ 'ਤੇ ਧਿਆਨ ਦੇਣਾ, ਬਾਕੀ ਲੋਕਾਂ ਨੂੰ ਛੱਡ। ਕਹਿੰਦਾ ਠੀਕ ਹੈ। ਉਹਦੇ ਵਿੱਚ ਇੱਕ ਓਪਨ ਮਾਈਕ 'ਚ ਆਇਆ, ਉਹਦੇ ਵਿੱਚ ਆਇਆ ਨਹੀਂ ਗਿਆ, ਮੁੰਡਾ ਉੱਥੇ ਰਹਿ ਗਿਆ। वही चीज़ है ना, ਅਸੀਂ ਉਹ ਬੰਦੇ ਨੂੰ ਦਵਾਏ नहीं, बड़ी गलत चीज़ है, देखो बहुत गलत चीज़ है। और मुझे लगता है बड़ा आर्टिस्ट वो होता है कि जो कॉन्फिडेंस को बढ़ाए, बिल्कुल, ना कि उसके कॉन्फिडेंस को तोड़े, तो बड़ी गलत चीज़ है। ਬਾਕੀ ਚਲੋ ਅੱਜ ਅਸੀਂ ਸਾਡਾ ਪ੍ਰੋਗਰਾਮ ਖਤਮ ਹੋਣ ਦੀ ਕਗਾਰ ਹਾਂ जी। ਸੇ ਤੁਹਾਡੇ ਤੋਂ ਇੱਕ ਵਾਰ ਲਾਸਟ ਇੱਕ ਰਿਵਿਊ ਲੈਣਾ ਕਿ ਅੱਜ ਦਾ ਸਾਡਾ ਇਹ ਜੋ ਉਪਰਾਲਾ ਕੀਤਾ ਗਿਆ ਟ੍ਰੈਜਰ ਆਫ ਵਰਡਸ ਵੱਲੋਂ, ਸਾਡਾ ਵਿਹੜਾ ਨਾਮ, ਤੁਹਾਨੂੰ ਕਿਵੇਂ ਲੱਗਿਆ ਫਸਟ ਤੁਹਾਡੇ ਤੋਂ, ਤੇ ਸ਼ਾਇਰੀ ਦੇ ਨਾਲ ਕਦੋਂ ਹੋਵੇਗਾ? जी, देखो मुझे लगता है ये ना एक बड़ी प्यारी सी शुरुआत है, और दूसरा चीज़ है बड़ा इसमें ना बड़ा रिस्पेक्टफुल है ये कि आप स्पेसिफिक
2-3 लोगों को बुला के आप उनकी शायरी को सुन रहे हो, सो कहीं ना कहीं उनको भी ये लग रहा है कि हमारे को रिस्पेक्ट मिल रही है इस चीज़ से ना, कोई हमें पर्सनली सुन रहा है, इतना टाइम दिया जा रहा है हमें, है ना। तो ये एक बहुत पर्सनल बॉन्डिंग के लिए बहुत अच्छा है। आपने उनका कॉन्फिडेंस बढ़ा रहे हो इस चीज़ से, वो बहुत अच्छी चीज़ है। आपके लेवल पे ये इतनी अच्छी चीज़ है कि मतलब आप उनको एक प्लेटफॉर्म दे रहे हो, ठीक है ना। सो बहुत ही ब्यूटीफुल शुरुआत है, बहुत खूबसूरत शुरुआत है। इसको आप हमेशा ऐसे ही कंटिन्यू रखें, आपकी ये जर्नी अच्छी चलती रहे, और यही मैं कहना चाहती हूँ कि इसको बना के रखें जी। From my sides, best wishes first of all, and it was a complete surprise for me. I didn't expect it, but it's good, yeah. And the thing is, I totally agree with Neeru ma'am कि it's a feeling of respect. If you are, ਤੁਸੀਂ ਬੁਲਾ ਰਹੇ ਹੋ ਕਿ ਤੁਸੀਂ ਆ ਕੇ ਪਰਸਨਲੀ ਸੁਣਨਾ ਚਾਹ ਰਹੇ ਹੋ, ਐਜ਼ ਐਨ ਆਰਟਿਸਟ ਇਟਸ ਅ ਵੈਰੀ ਬਿਗ ਥਿੰਗ ਫॉर मी ਕਿ ਕੋਈ ਮੇਰੀ ਰਾਈਟਿੰਗਸ ਨੂੰ ਪਸੰਦ ਕਰਕੇ ਉਹਨੂੰ ਸੁਣਨਾ ਚਾਹ ਰਿਹਾ ਹੈ। ਸੁਣਨ ਦੇ ਨਾਲ ਨਾਲ ਉਹਨੂੰ ਐਪਰੀਸੀਏਸ਼ਨ ਵੀ ਕੀਤੀ ਜਾ ਰਹੀ ਹੈ, ਉਹਨੂੰ ਰਿਕਾਰਡ ਕੀਤਾ ਜਾ ਰਿਹਾ ਹੈ, ਐਂਡ ਇੱਕ ਪਲੇਟਫਾਰਮ ਮਿਲ ਰਿਹਾ ਹੈ, ਐਂਡ ਇਟਸ ਅ ਬਿਗ ਥਿੰਗ ਫॉर मी। ओपन माइक्स तो हट के चीज़ है, एक अलग एक्सपीरियंस है। इट्स गुड यार, थैंक यू फॉर इनवाइटिंग। ਜ਼ਰੂਰ ਅੱਗੇ ਵੀ ਇਨਵਾਈਟ ਕਰਾਂਗੇ, ਉਦੋਂ ਫਿਰ ਤੁਸੀਂ ਆਪਣੀ ਡਾਇਰੀ ਲੈ ਕੇ ਆਉਣੀ ਤੇ ਆਪਣੀ ਸ਼ਾਇਰੀ ਉਹ ਲੈ ਕੇ ਆਉਣੀ जी बिल्कुल। ਤੇ ਇੱਕ ਸ਼ਾਇਰੀ ਨਾਲ ਖਤਮ ਹੋ ਜਾਏ ਲਾਸਟ। हाँ जी, बस 2 लाइनें कहूँगी कि आसमां ना भी छुपाएं तो क्या, एक उड़ान भरने का हौसला रखते हैं, क्या रुकने की फितरत नहीं, चलने का जज्बा साथ रखते हैं। क्या तो ऐसे ही आप चलते क्या बात। रहिए बस। मुझे अपनी शायरियाँ याद ही नहीं रहती है, तो मुझे बार बार डायरी देखनी पड़ती है। ਮੇਰਾ ਵੀ ਇਹੀ ਹੈ, ਮੈਨੂੰ ਕੁਛ ਯਾਦ ਨਹੀਂ ਰਹਿੰਦਾ। आई मीन मतलब ऑन द स्पॉट याद मैनू होए ना कि ठीक है मैं कुछ याद करके आऊँ। ओहो यार, ओके। छोटी सी है कि ना कर नुमाइश अपने गम की हर किसी से, यहाँ हर कोई तेरा हमदर्द नहीं। क्या वाह, बहुत बढ़िया, बहुत बढ़िया। ਤੁਹਾਡਾ ਦੋਨਾਂ ਦਾ ਤੁਸੀਂ Thank you। ਪਹੁੰਚੇ ਹੋ ਤੇ ਤੁਸੀਂ ਆਪਣੀਆਂ ਦੋਨਾਂ ਨੇ ਇੰਨੇ ਪਿਆਰੀ ਸ਼ਾਇਰੀਆਂ ਸੁਣਾਈਆਂ। ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਇੰਨੇ ਪਿਆਰੇ ਸ਼ਾਇਰਾਂ ਨੇ ਦੋਨੇ ਜਾਣੇ ਕਿ ਜਿਨ੍ਹਾਂ ਨੂੰ ਸੁਣ ਕੇ ਅਲੱਗ ਹੀ ਮਜ਼ਾ ਆਉਂਦਾ ਕਿ ਲੱਗੇ ਦੁਨੀਆ ਕੌਣ ਜਾਂਦਾ। ਮੈਂ ਕਿਹਾ ਸ਼ੁਰੂਆਤ ਆਪਾਂ ਵੂਮੈਨਸ ਤੋਂ ਹੀ ਕਰਨੀ ਹੈ, ਆਪਾਂ ਲੇਡੀਜ਼ ਤੋਂ ਹੀ ਕਰਨੀ ਹੈ, ਕਿਉਂਕਿ ਕਹਿੰਦੇ ਨਾ ਲక్ష్ਮੀ ਸੁਣਦੇ ਆ, ਉਸ ਚੀਜ਼ ਕਰਕੇ ਮੈਂ ਤਾਂ ਹੀ ਇਨਵਾਈਟ ਕੀਤਾ ਮੈਨੂੰ। ਤੇ ਤੁਸੀਂ ਆ ਕੇ ਸਾਡੇ ਵਿਹੜੇ ਤੇ 4 ਚੰਦ ਲਗਾਤੇ, ਤੇ ਉਸ ਚੀਜ਼ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।